टॉपिक सीगा तुहाडा न्यूटन्स रिलेशन और दूजे पासे आपां इहनूं नाम दिता सीगा तुहाडे कोल ऐसे च टॉपिक दा नाम सीगा डिस्प्लेसमेंट मैथड। ठीक है, डिस्प्लेसमेंट मैथड टू फाइंड द डिस्प्लेसमेंट मैथड टू फाइंड द टू कॉन्जुगेट पॉइंट्स। ठीक है, ਤੇ ਕੌਨਜੂਗੇਟ ਪੁਆਇੰਟ ਦੇ ਅਸੀਂ ਵਰਡ ਦਿੱਤੇ ਸੀਗੇ ਕਿ ਵੀ ਐਸ ਸੱਚ ਇੱਕ ਗਿਵਨ ਲੈਂਸ ਦੀਆਂ ਦੋ ਡਿਫਰੈਂਟ ਪੋਜੀਸ਼ਨਸ ਹੋਣਗੀਆਂ ਜਿਨ੍ਹਾਂ ਤੇ ਜੇ ਵਾਰੀ-ਵਾਰੀ ਸੀ ਲੈਂਸ ਨੂੰ ਰੱਖੀਏ ਤੇ ਆਬਜੈਕਟ ਤੇ ਇਮੇਜ ਡਿਸਟੈਂਸ ਉਸ ਮੂਵਮੈਂਟ ਤੇ ਆਪਸ ਵਿੱਚ ਇੰਟਰਚੇਂਜ ਹੋ ਜਾਂਦੇ, ਯਾਨੀ ਉਹ ਦੋ ਆਇਡੈਂਟੀਕਲ ਪੋਜੀਸ਼ਨ ਬਣਦੀਆਂ। ਉਹਦੇ ਲਈ ਆਪਾਂ ਕੱਲ ਜਿਹੜੀ ਰੇ ਡਾਇਗਰਾਮ ਸੀ ਉਹ ਚ ਆ ਸ਼ੋ ਕੀਤਾ ਸੀਗਾ ਕਿ ਐਸ ਸੱਚ ਆਪਣੇ ਕੋਲ ਮੰਨ ਲਓ ਆ ਲੈਂਸ ਦੀ ਫਰਸਟ ਪੋਜੀਸ਼ਨ ਹੋਏਗੀ, आ लेंस दी मेरी फर्स्ट पोजीशन आ, इस पोजीशन ਨੂੰ ਆਪਾਂ ਨਾਮ L1 ਦੇ ਦਿੰਨੇ। ਇਸ ਪੋਜੀਸ਼ਨ ਤੇ ਜਦੋਂ ਤੁਸੀਂ ਕਿਸੇ ਆਬਜੈਕਟ ਨੂੰ ਲੈਂਸ ਨੂੰ ਹੈਲਡ ਅਪ ਕਰਕੇ ਇਹਦੇ ਤੋਂ ਕੁਝ ਡਿਸਟੈਂਸ ਤੇ ਆਬਜੈਕਟ ਨੂੰ ਰੱਖਾਂ, ਆਬਜੈਕਟ ਬਿਯੋਂਡ ਫੋਕਸ ਹੋਣਾ ਚਾਹੀਦਾ ਕਿਉਂਕਿ ਇਹਨੇ ਆਪਣੀ ਇੱਕ ਰੀਅਲ ਇਮੇਜ ਦੇਣੀ। ਤੇ ਇਹਦੇ ਵਿੱਚ ਆਪਾਂ ਡਿਫਾਈਨ ਕੀਤਾ ਸੀਗਾ ਕਿ ਇੱਕ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਔਰ ਇੱਕ ਰੇ ਤੁਹਾਡੇ ਕੋਲ ਐਸਐਚ ਕਹਿੰਦਾ ਜੀ ਇਹਦੇ ਆਪਟੀਕਲ ਸੈਂਟਰ ਚੋਂ। ਠੀਕ ਹੈ, ਆ ਦੋ ਰੇ ਆਪਾਂ ਲੈ ਕੇ ਇਹਦੀ ਐਸ ਸੱਚ ਕਰਨਾ ਜੀ ਇੱਕ ਰੇ ਡਾਇਗਰਾਮ ਪਲਾਟ ਕਰਨੀ। ਕੰਡੀਸ਼ਨ ਸਿਰਫ ਇਹ ਕਹੀ ਸੀਗੀ, ਆਵਾਜ਼ ਆ ਰਹੀ ਕਲੀਅਰ ਬੇਟਾ? यस सर। यस सर। ਸੋ यस सर। ਤੁਸੀਂ ਜਿਹੜੀ ਰੇ ਡਾਇਗਰਾਮ ਪਲਾਟ ਕਰਨੀ ਆ ਉਹਨੂੰ ਐਸ ਸੱਚ ਲੈਂਸ ਤੋਂ ਕਾਫੀ ਅਵੇਅਰ ਰੱਖ ਕੇ ਉਹਦੀ ਇਮੇਜ ਪਲਾਟ ਕਰ ਦੂੰਗੇ। ਠੀਕ ਹੈ, ਯਾਨੀ ਇੱਥੇ ਕਿਸੇ ਪੋਜੀਸ਼ਨ ਦੇ ਉੱਤੇ ਸਾਡੇ ਕੋਲ ਐਸ ਸੱਚ ਇਸ ਆਬਜੈਕਟ ਦੀ, ठीक है, इस तरीके से इस पोजीशन ते मेरे को ऑब्जेक्ट दी इमेज जेडी आ कहना जी वो कंसीडर हो जाएगी। इन्हों सी नाम दे देता A1 B1। ए बी ऑब्जेक्ट आ गया और A1 B1 इस दी इमेज आ गई। ਇਹਦੇ ਅਕੋਰਡਿੰਗਲੀ ਆਬਜੈਕਟ ਦਾ ਡਿਸਟੈਂਸ ਜਿਹੜਾ ਹੋਏਗਾ ਇਹਨੂੰ ਆਪਾਂ ਡਿਫਾਈਨ ਕਰ ਲਿਆ ਕਿ ਮੇਰੇ ਕੋਲ ਐਸ ਸੱਚ ਜਿਹੜਾ ਆਬਜੈਕਟ ਦਾ ਡਿਸਟੈਂਸ ਆ ਇਹਨੂੰ u ਕਹਿ ਦਿਓ। ਥੱਲੇ ਮੈਂ ਤਾਂ ਛੱਡ ਲਿਆ ਕਿਉਂਕਿ ਆਪਾਂ ਜਦੋਂ ਸੈਕਿੰਡ ਟਾਈਮ ਡਿਸਟੈਂਸ ਡਿਫਾਈਨ ਕਰਨੇ ਤਾਂ ਉਦੋਂ ਇਹਨੂੰ ਆਪਾਂ ਲਵਾਂਗੇ ਬੇਟਾ। ठीक है जी, ये दूसरा ਇਹਦੇ ਤੋਂ ਆਪਾਂ ਕਿਹਾ ਸੀਗਾ ਕਿ ਜੇ ਲੈਂਸ ਦੀ ਲੋਕੇਸ਼ਨ L1 ਵਾਲੀ ਨਾ ਹੋ ਕੇ ਲੈਂਸ ਦੀ ਸੈਕਿੰਡ ਲੋਕੇਸ਼ਨ ਜਿਹੜੀ ਹੈਗੀ ਆ ਉਹ ਅਸੀਂ ਐਸ ਸੱਚ ਆ ਕੋਈ L2 ਪੋਜੀਸ਼ਨ ਲੈ ਲਈਏ। ਜੇ ਸੈਕਿੰਡ ਪੋਜੀਸ਼ਨ ਆਪਾਂ ਕਿਤੇ ਇੱਥੇ ਡਿਫਾਈਨ ਕਰ ਦਈਏ ਬੇਟੇ ਔਰ ਇਸ ਮੂਵਮੈਂਟ ਤੇ ਮੇਰੇ ਕੋਲ ਐਸ ਸੱਚ ਜਿਹੜਾ ਵਾ ਆਹ ਹੁਣ ਨਵੀਂ ਪੋਜੀਸ਼ਨ ਆ, ਰੇਜ਼ ਇਹੀ ਦੋ ਆਪਾਂ ਫੇ ਕੰਸੀਡਰ ਕੀਤੀਆਂ ਸੀ। इस रे नु जे आगे तक एक्सटेंड करके लेके चला मतलब रे प्रिंसिपल एक्सिस दे पैरेलल जा रही और जदों इन्हें एसएच तो कन्वर्ज करना ते इथे उन्हें अपनी किते इमेज देनी ते सेकंड रे इस पॉइंट तो डायरेक्ट ऑप्टिकल सेंटर ते आ। ਇਹਦਾ ਮਤਲਬ ਸੈਕਿੰਡ ਰੇ ਆਪਾਂ ਇਥੋਂ ਕੰਸੀਡਰ ਕੀਤੀ ਸੀਗੀ ਜਿਹੜੀ ਆਪਟੀਕਲ ਸੈਂਟਰ ਚੋਂ ਜਾਵੇ ਤੇ ਆਪਟੀਕਲ ਸੈਂਟਰ ਵਾਲੀ ਰੇ ਅਨਡੇਵੀਏਟਡ ਨਿਕਲ ਜਾਣੀ। ਜਿਹੜੇ ਪੁਆਇੰਟ ਤੇ ਆ ਮਿਲਦੀ ਇਸ ਰੇ ਨੂੰ ਤੁਸੀਂ ਬੈਂਡ ਕਰਾ ਕੇ ਐਸ ਸੱਚ ਇਹਦੀ ਆ ਸੈਕਿੰਡ ਰੇ ਨੂੰ ਇਸ ਪੁਆਇੰਟ ਤੋਂ ਬੈਂਡ ਕਰਾ ਕੇ ਇਹਦੀ ਇਮੇਜ ਜਿਹੜੀ ਆ ਉਹ ਆ ਪੁਆਇੰਟ ਦੇ ਉੱਤੇ ਬੇਟਾ ਆਪਾਂ ਡਿਫਾਈਨ ਕਰ ਦਾਂਗੇ ਕਿ ਵੀ ਮੇਰੇ ਕੋਲ ਬੰਦੀ ਪਈ ਹੈ। ਇਹਦੀ ਦੂਜੀ ਵਾਰੀ A2 B1 ਇਹ ਮੇਰੀ ਇਮੇਜ ਹੋ ਜਾਏਗੀ। क्या इतनी चीज क्लियर है पहलों? यस सर। यस पहले लेंस दे अकॉर्डिंगली L1 पोजीशन तो लेके ठीक है जी इस पॉइंट ਨੂੰ ਕੁਝ ਨਾਮ ਦੇ ਦਿੰਦੇ ਆਪਾਂ M पॉइंट आ गया आ N पॉइंट आ गया। ठीक है, आ एसएच L1 यानी M पॉइंट तो लेके B पॉइंट तक ऑब्जेक्ट डिस्टेंस आ गया और M पॉइंट तो लेके इस पोजीशन तक जिथे इमेज बनी है इथे तक मेरा V डिस्टेंस आ गया। सो U उत लेंस दे विचों जदों लाइट रे ऑप्टिकल सेंटर चों पास करदी आ वो डेविएट नहीं करदी। बेशक वो लेंस L1 वाली पोजीशन है तो बेशक L2 लेंस वाली पोजीशन है, जेडी मर्जी पोजीशन होवे मर्सी ਅਸੀਂ ਇਹ ਕਹਿੰਦੇ ਪਏ ਜਦੋਂ ਲਾਈਟ ਆਪਟੀਕਲ ਸੈਂਟਰ ਦੇ ਥਰੂ ਜਾਂਦੀ ਆ ਉਹ ਅਨਡੇਵੀਏਟਡ ਜਾਂਦੀ ਆ। ਕਲੀਅਰ ਆ? ਨਹੀਂ ਸਰ ਉਹ ਜਿਹੜੀ M ਤੋਂ A1 ਤੱਕ ਗਈ ਆ M ਤੋਂ ਆ ਵਾਲੀ ਹਾਂਜੀ ਸਰ ਉਤੇ ਕਿੱਥੋਂ ਤੁਰੀ ਆ ਰਹੀ ਆ ਇਹ ਰੇ ਇਸ ਮੂਵਮੈਂਟ ਤੇ ਪਹਿਲੇ ਲੈਂਸ ਦੇ ਆਪਟੀਕਲ ਸੈਂਟਰ ਚੋਂ। ਉਦੋਂ ਇੱਥੇ ਲੈਂਸ ਥੋੜਾ ਪਿਆ ਕੋਈ
मैं बार बार एक चीज कह रहा, ये दो लेंस नहीं हैगे, ये एक लेंस दियां दो पोजीशन आ। पहलो मैं इत्थे खड़ा वां, फिर मैं दूजी थां ते खड़ा वां, दो जने थोड़ा खड़े आ। ओके सर। आ पोजीशन इत्थे कोई लेंस नहीं हैगा। जदों आ रे लै रहे हो इस मूवमेंट ते आ रे जिहड़ी जा रही है, इत्थे कोई लेंस थोड़ा पिया वा। ये रे इस पॉइंट ते डेविएट इत्थों करनी सी, पर ऑप्टिकल सेंटर चों अनडेविएटेड निकली ते इस स्ट्रेट वे रे मेरी A1 तक गई आ। दूजी दे प्रिंसिपल एक्सिस दे पैरेलल सी, वो रिफ्रैक्ट करके आ लाइन दे अलोंग गई आ। क्लियर आ? यस सर। ठीक है जी। फिर तीजी वारी असी की कीता, कहंदा जी दूजी वारी असी की कीता कि लेंस L1 पोजीशन तो सी हटा के, लेंस L1 पोजीशन तो हटा के अनमोल देखियो हैगा, अनमोल शर्मा ग्रुप च अनमोल शर्मा हैगा? नहीं सर। नहीं सर। चलो सो एज सच लेंस दी नवी पोजीशन फिर असी एज सच M तो चुकी। ठीक है, जे इस ऑब्जेक्ट तो लेंस पहलो 10 सेंटीमीटर ते सीगा, दूजी वाली इस ऑब्जेक्ट तो लेंस जेड़ा सी मान लिया जी मेरे को 25 सेंटीमीटर ते चला गया। लेंस दी पोजीशन शिफ्ट कीती आ, दो लेंस नहीं लेते बेटा, इसलिए सेकंड टाइम लेंस इथे रखिया, एक रे प्रिंसिपल एक्सिस दे पैरेलल जांदी चलेगी इस लेंस ते, दूजी रे इथों ऑप्टिकल सेंटर चों निकली। ठीक है, ते ओ दोनों रेज जेडियां ने इस A2 B1 पोजीशन दे उत्ते इमेज बना दिंदियां। यानी आ सेकंड टाइम मेरे को चलेगी ते एदी इमेज जेडी आ मेरे को कहंदा जी A2 B1 वाली बनी है। क्या इना क्लियर है? यस सर। यस सर। चल हुण एक बारी मेरी इमेज दी हाइट A1 B1 बनी। ठीक है जी, एक बारी इमेज दी हाइट A2 B1 बनी। जदों A1 B1 वाली इमेज आ, उदों असी आ M पॉइंट तो B1 तक इमेज डिस्टेंस कह रहे। ठीक है, ते उदों M तो लेके B तक मेरा ऑब्जेक्ट डिस्टेंस आ। इना क्लियर? यस सर। दो लेंसेस दे विचला गैप जेड़ा वा, दो लेंसेस दे विचला गैप जेड़ा इहदा वेरिएबल ਅਸੀਂ डिफाइन करदे पे ਇਹ x ਵਾ। ठीक है, डिस्टेंस बिटवीन टू लेंसेस। और दूजी बारी ਜਦੋਂ इमेज ਇੱਥੇ ਬਣੀ ਆ A2 B1, ਅਸੀਂ कह रहे इस मूवमेंट ਦੇ ਉੱਤੇ ਆ M ਤੇ N ਦੋ ਮੇਰੇ ਕੌਨਜੂਗੇਟ ਪੁਆਇੰਟਸ ਆ। ਇਹ ਦੋ ਇੰਟਰਚੇਂਜਿੰਗ ਪੁਆਇੰਟਸ ਨੇ। ਇਹਨਾਂ ਦੋ ਪੋਜੀਸ਼ਨ ਦੇ ਉੱਤੇ ਆਬਜੈਕਟ ਤੇ ਇਮੇਜ ਡਿਸਟੈਂਸ ਆਪਸ ਦੇ ਵਿੱਚ ਇੰਟਰਚੇਂਜ ਹੋ ਜਾਂਦੇ। ਇਹਦਾ ਮਤਲਬ ਇਸ ਲਾਈਨ ਦਾ ਇਹ ਹੋਇਆ ਕਿ ਇਸ ਮੂਵਮੈਂਟ ਤੇ ਇਸ ਲੈਂਸ ਤੋਂ, ਠੀਕ ਹੈ, ਜਿਹੜਾ ਆ ਇਮੇਜ ਦਾ ਡਿਸਟੈਂਸ ਆਇਆ, ਮਤਲਬ ਆ ਪੋਜੀਸ਼ਨ ਤੋਂ ਜਿਹੜਾ ਆ ਇਮੇਜ ਦਾ ਡਿਸਟੈਂਸ ਆ, ਇਹਨੂੰ ਮੈਂ ਐਸ ਸੱਚ u ਲਿਖਣ ਲੱਗਿਆ। ਇਮੇਜ ਤੇ ਆਬਜੈਕਟ ਡਿਸਟੈਂਸ ਇੰਟਰਚੇਂਜ ਹੋਇਆ, ਜਿਹਦੇ ਕਰਕੇ ਇੰਨੇ ਡਿਸਟੈਂਸ ਦਾ ਨਾਮ ਅਸੀਂ u ਲਿਖਣ ਲੱਗੇ। ठीक है, मतलब इस मूवमेंट ते आ लेंस तो लेके इथे तक का डिस्टेंस जेड़ा मेरा होएगा आ मेरा u बन गया। और उस तो बाद इस n पॉइंट तो लेके आ पोजीशन जेड़ी होएगी, ठीक है, इतना डिस्टेंस मेरा जेड़ा होएगा ये मेरा v डिफाइन कर लो। क्या आ गल समझ लगी? यस सर। यस सर। यस सर। यस सर। जेड़ा n तो लेके b1 तक आ हैगा ये इमेज डिस्टेंस आ, और n तो लेके b तक दा डिस्टेंस है मेरा ऑब्जेक्ट डिस्टेंस आ। पर वो कहंदा कि जिन्ना इस लेंस तो आ ऑब्जेक्ट डिस्टेंस है ना, इन्ना ही इस मूवमेंट ते n तो लेके b1 तक इमेज डिस्टेंस बन जू। ਅਸੀਂ ਸਿੰਬਲ ਵਾਈਜ਼ ਉਹਨੂੰ ਆ ਕਹਿਤਾ ਕਿ ਜੇ ਆ ਚੀਜ਼ ਦੇ ਤੋਂ 10 ਸੈਂਟੀਮੀਟਰ ਤੇ ਆ ਚੀਜ਼ ਦੇ ਤੋਂ 10 ਸੈਂਟੀਮੀਟਰ ਤੇ ਆ, ਇਮੇਜ ਮੰਨ ਲਓ 20 ਸੈਂਟੀਮੀਟਰ ਤੇ ਬਣੀ, ਇਹਦਾ ਮਤਲਬ u ਤੁਹਾਡਾ 10 ਤੇ v ਤੁਹਾਡਾ 20 ਹੋਇਆ। ਆ ਲੈਂਸ ਦੀ ਸੈਕਿੰਡ ਪੋਜੀਸ਼ਨ ਵੇਲੇ, ठीक है, u ਤੁਹਾਡਾ 20 हो जाएगा, u ਤੁਹਾਡਾ 20 हो जाएगा ਤੇ v ਤੁਹਾਡਾ 10 हो जाएगा। क्या आ गल समझ लगी जो बोलदा पिया? यस सर। और लास्ट डिस्टेंस, ठीक है जी, ऑब्जेक्ट तो लेके जिथे ਤੁਹਾਡੀ इमेज आई आ, और इमेज ਅਸੀਂ ਮੰਨਦੇ ਹਮੇਸ਼ਾ ਸਕਰੀਨ ਦੇ ਉੱਤੇ ਬਣਦੀ ਆ, ਇਹਦੇ ਵਿਚਲੇ ਡਿਸਟੈਂਸ ਨੂੰ ਅਸੀਂ ਸਿੰਬਲ d ਦਿੰਨੇ ਪਏ। क्या डिस्टेंस सारे क्लियर ने? यस सर। एक बारी फिगर ਨੂੰ ਤਸੱਲੀ ਨਾਲ ਨਿਗਾਹ ਮਾਰੋ। ਜੇ ਕਿਸੇ ਵੀ ਵੇਰੀਏਬਲ ਦਾ ਡਾਊਟ ਹੈਗਾ ਫਿਗਰ ਵਾਈਜ਼ ਤੇ ਇੱਕ ਵਾਰੀ ਪਹਿਲਾਂ ਬੋਲੋ, ਜੇ ਉਹਨਾਂ ਕਲੀਅਰ ਆ ਤੇ ਫਿਰ ਆਪਾਂ ਅੱਗੇ ਗੱਲ ਕੰਟੀਨਿਊ ਕਰਾਂਗੇ। सर डी की डिस्टेंस बिटवीन ऑब्जेक्ट एंड स्क्रीन। ओके ਅਸੀਂ ਕੱਲ ਇਹਦੀ ਕੰਡੀਸ਼ਨ ਇਹ ਬੋਲੀ ਸੀਗੀ, ਇੱਕ ਸੈਕਿੰਡ ਬੇਟਾ, ਅਸੀਂ ਕੱਲ ਕੰਡੀਸ਼ਨ ਇਹ ਬੋਲੀ ਸੀਗੀ ਕਿ ਜਦੋਂ ਆਬਜੈਕਟ ਤੇ ਸਕਰੀਨ ਦੇ ਵਿਚਲਾ ਡਿਸਟੈਂਸ ਜਿਹੜਾ
ਇਹ ਗਿਵਨ ਲੈਂਸ ਦੀ ਫੋਕਲ ਲੈਂਥ ਦੇ 4 ਟਾਈਮ ਤੋਂ ਜ਼ਿਆਦਾ ਹੋ ਜਾਂਦਾ, ਉਦੋਂ ਤੁਹਾਡੇ ਕੋਲ ਇਹ ਦੋ ਪੋਜੀਸ਼ਨਾਂ ਜਿਹੜੀਆਂ ਨੇ ਆ B ਤੇ B1 ਜਿਹੜੀਆਂ ਨੇ ਇਹ ਦੋ ਕੌਨਜੂਗੇਟ ਪੁਆਇੰਟ ਬਣ ਜਾਂਦੇ। ਕਲੀਅਰ ਹੈ ਜੀ? ਸਰ x ਕੀ ਆ? ਹਾਂਜੀ, x distance between the two lenses, ਜਿਹੜੇ ਤੁਹਾਡੇ ਦੋ ਲੈਂਸਸ ਦੀਆਂ ਜਿਹੜੀ ਤੁਹਾਡੇ ਇੱਕ ਲੈਂਸ ਦੀਆਂ ਦੋ ਪੋਜੀਸ਼ਨ ਆਈਆਂ ਉਹਨਾਂ ਵਿਚਲਾ ਗੈਪ ਜਿਹੜਾ, ਠੀਕ ਹੈ, ਉਹਨੂੰ ਅਸੀਂ x ਨਾਲ ਡਿਫਾਈਨ ਕਰਦੇ ਪਏ। ਓਕੇ ਸਰ। ਹੋਰ ਬੋਲੋ, ਜਿਹੜਾ ਵੇਰੀਏਬਲ ਦਾ ਡਾਊਟ ਆ ਕਿਸੇ ਨੂੰ? ਸਰ ਇਹ ਸਾਈਨ ਪੋਜ਼ਿਟਿਵ ਹੀ ਹੋਊਗੇ ਸਾਰਿਆਂ ਦੇ? ਓਏ ਨਹੀਂ, ਸਾਈਨ ਤਾਂ ਬੇਟਾ ਸਾਈਨ ਕਨਵੈਨਸ਼ਨ ਦੇ ਨਾਲ ਹੀ ਲੱਗਣੇ ਆ, ਆਪਾਂ ਸਾਈਨ ਕਨਵੈਨਸ਼ਨ ਥੋੜਾ ਲਾਈ ਹਜੇ ਕੋਈ। ਕਲੀਅਰ ਆ? ਯੈਸ ਸਰ। ਹਾਂਜੀ, ਹੋਰ ਕੋਈ ਹੈ ਕਿਸੇ ਨੂੰ ਡਾਊਟ? ਤੇ ਜਲਦੀ ਜਲਦੀ ਬੋਲ ਦਿਓ ਬੇਟਾ। ਕਰਾਂ ਸ਼ੁਰੂ ਮੈਥਮੈਟੀਕਲ? ਯੈਸ ਸਰ। ਚਲੋ ਹੁਣ ਆਪਾਂ ਐਸਾ ਜਦੋਂ ਆ ਪੋਜੀਸ਼ਨ ਆ, ਇੱਕ ਵਾਰੀ ਇੱਥੇ ਮੈਗਨੀਫਿਕੇਸ਼ਨ ਡਿਫਾਈਨ ਕਰ ਦੇਣੀ ਹੈ ਲੈਂਸ ਦੀ, ਇੱਕ ਵਾਰੀ ਇਹ ਨਵੀਂ ਪੋਜੀਸ਼ਨ ਤੇ ਡਿਫਾਈਨ ਕਰ ਦੇਣੀ ਆ। ਜਿਹੜੀ ਪਹਿਲੀ ਇਮੇਜ ਬਣੀ ਆ, ਜਿਹੜੀ ਪਹਿਲੀ ਇਮੇਜ A1 B1 ਬਣੀ ਆ, ਇਹਦੀ ਹਾਈਟ ਨੂੰ I1 ਮੰਨ ਲਾਂਗੇ। ਜਿਹੜੀ ਦੂਜੀ ਵਾਲੀ ਬਣੀ ਆ ਇਹਦੀ ਹਾਈਟ ਨੂੰ ਅਸੀਂ I2 ਡਿਫਾਈਨ ਕਰ ਦਾਂਗੇ। ਕਿਆ ਇਹਨਾਂ ਕਲੀਅਰ ਆ ਜੀ? ਹਾਂਜੀ ਸਰ। So if magnification define करिए तो we know that magnification is given by first formula m1 ਨਾਲ define कर दो। magnification ਜਿਹੜੀ first lens ਨਾਲ ਆਈ ਆਪਣੇ ਕੋਲ ਉਹਨੂੰ I1 ਨਾਲ define ਕਰ ਦੋ। image height m ਦਾ formula ਹੁੰਦਾ ਤੁਹਾਡੇ ਕੋਲ height of a image to the height of a object, ਔਰ यहाँ ਅਸੀਂ ਕਹਿੰਦੇ distance of a image to the distance of object। ਤੇ ਬੇਟਾ ਹਾਈਟ ਆਫ ਇਮੇਜ ਪਹਿਲੇ ਕੇਸ ਚ I1 ਆ, ਆਬਜੈਕਟ ਦੀ ਹਾਈਟ ਨੂੰ O ਕਹਿ ਦਾਂਗੇ, ਠੀਕ ਹੈ। ਵੇਰੀਏਬਲ ਉਹੀ ਲੈ ਰਹੇ ਆ ਜਿਹੜੇ ਤੁਹਾਨੂੰ ਤੁਹਾਡੀ ਬੁੱਕ ਚੋਂ ਮਿਲ ਜਾਣ। M1 ਬਣ ਜਾਏਗਾ ਮੇਰਾ A1 B1 ਓਵਰ AB, ਠੀਕ ਹੈ। ਹਾਈਟ ਆਫ ਇਮੇਜ A1 B1, ਆਬਜੈਕਟ ਹਾਈਟ AB ਆ ਗਈ। ਪਹਿਲਾ ਕਲੀਅਰ ਇੰਨੀ ਗੱਲ? ਯੈਸ ਸਰ। ਯੈਸ ਸਰ। ਇਹਨੂੰ ਆਪਾਂ ਲਿਖ ਕੇ ਚੱਲੀਏ ਤੇ ਇਹਨੂੰ ਅਸੀਂ ਲਿਖ ਦਿੰਦੇ I1 by O, ठीक है, यानी image height to that of the object height। इतना क्लियर है जी? यस सर। यस सर। और दूसरे पासे it is the ratio of a distance of a image to the distance of object, ठीक है। ते रणदीप है ग्रुप च देखियो, इक्वल टू आ जाएगा v by u, ठीक है। पहले लेंस तो इमेज जेडी आ इथे तक दा डिस्टेंस b डिफाइन कीता और लेंस तो B पॉइंट तक दा डिस्टेंस ਅਸੀਂ U डिफाइन ਕੀਤਾ ਤੇ M ਦਾ ਫਾਰਮੂਲਾ V by U ਆਜੂ। क्या पहला क्लियर आ? यस सर। क्या इन्ने पोर्शन च किसी ਨੂੰ डाउट है कि पहली टर्म क्लियर है बच्चे? क्लियर है सर। चल ये आ गया मेरे कोल ਜਦੋਂ ਪਹਿਲੀ ਪੋਜੀਸ਼ਨ ਲੈਂਸ ਦੀ ਸੀ और ਜਦੋਂ ਸੈਕਿੰਡ ਪੋਜੀਸ਼ਨ ਆਈ ਆ, ठीक है जी। सिमिलरली फॉर सेकंड पोजीशन, similarly for second position m2 is given by, ਹੁਣ रेशियो की लिखूंगा जी? A2B1 A2B1 over object height AB, object ਉਹੀ ਰਿਹਾ ਹੈ ਨਾ, ਉਹ ਤਾਂ ਕੋਈ ਚੇਂਜ ਨਹੀਂ ਹੋਈ। इक्वल टू आ गया I2 by O, ठीक है। इक्वल टू ਹੁਣ ਇੱਥੇ ਕੀ ਲਿਖਾਂ? U by B, बिल्कुल ठीक, ठीक है ना, क्योंकि U और B ਅਸੀਂ ਕਹਿੰਦੇ ਇਸ ਵੇਲੇ ਇੰਟਰਚੇਂਜਿੰਗ ਪੋਜੀਸ਼ਨਸ ਨੇ, ਇਸ ਲਈ ਇਹਨੂੰ ਲਿਖਣਾ ਹੋਵੇ ਤੇ U by B ਆ ਜਾਓ। ਆ ਇਕੁਏਸ਼ਨ 1 ਤੇ ਇਕੁਏਸ਼ਨ 2, ਜੇ ਆ ਸਹੀ ਲਿਖਿਆ ਗਿਆ ਤਾਂ ਫਰਦਰ ਪਾਰਟ ਆਪਣਾ ਡਿਵੈਲਪ ਹੋਏਗਾ। ਕਿ ਇਨਾ ਕਲੀਅਰ ਆ? ਯੈਸ ਸਰ। यस सर। ਆਪਾਂ ਇਹਨਾਂ ਨੂੰ ਮਲਟੀਪਲਾਈ ਕਰੀਏ, ਮਲਟੀਪਲਾਈ 1 and 2 ਤੇ देयरफॉर ਆਪਣੇ ਕੋਲ ਆ ਜਾਏਗਾ m1 into m2 इक्वल टू आ गया I1 by O into I2 by O इक्वल टू V by U into U by V। ते आ U ना U ते V ना V कैंसिल आउट करके प्रोडक्ट 1 आ गई। यस। इतना क्लियर है बच्चे? यस सर। ਇਹਦਾ ਮਤਲਬ ਆਪਣੇ ਕੋਲ ਜੇ ਤੋਂ ਰਿਜ਼ਲਟ ਲਿਖ ਕੇ ਚੱਲੀਏ ਤੇ ਆਪਣੇ ਕੋਲ ਆ ਗਿਆ
आ चीज जी आ गई, ये आ गया I1 I2 by O square है ना, M1 M2 की वैल्यू I1 I2 ओवर O square इक्वल टू 1 आ जाएगा। ठीक है जी, इथों उन्हें एक ऐसा तुहाडे कोल डिफाइन कर लिया, मतलब I1 I2 इक्वल टू आ गया O square। ठीक है, ते देयरफॉर ऑब्जेक्ट दी हाइट जेडी होएगी, देयरफॉर ऑब्जेक्ट दी हाइट जेडी होएगी, इट इज द इक्वल टू रूट ऑफ I1 I2 आजू। यस सर। इन्नी कंडीशन क्लियर है जी? यस सर। यस सर। चल इसे वे ना उन्हें इनु फर्दर कंटिन्यू जड़ा कीता वा उच मैग्नीफिकेशन फिर ਆਪਾਂ ਇਹੀ ਟਰम्स ਤੋਂ ਦੁਬਾਰਾ ਚੁੱਕਾਂਗੇ। ਜੇ ਇਨੇ ਪੋਰਸ਼ਨ ਚ ਡਾਊਟ ਹੈਗਾ, ਥੋੜਾ ਜਿਹਾ ਕਨਫਿਊਜ਼ਿੰਗ ਚੀਜ਼ਾਂ ਵਾ, ਪਰ ਬੇਟਾ ਥੋੜਾ ਜਿਹਾ ਨੂੰ ਪ੍ਰੋਪਰ ਰਿਟਨ ਪ੍ਰੈਕਟਿਸ ਕਰ ਲਓ ਤਾਂ ਹੋ ਜਾਏਗਾ। ਜੇ ਇਨੇ ਚ ਕਿਸੇ ਨੂੰ ਕੋਈ ਡਾਊਟ ਤੇ ਇੱਕ ਵਾਰੀ ਰੁਕ ਰਿਹਾ ਉਹ ਦੱਸ ਦਿਓ, ਫਿਰ ਮੈਂ ਅੱਗੇ ਕੰਟੀਨਿਊ ਕਰਦਾ ਜਲਦੀ ਜਲਦੀ। क्या इना क्लियर है? यस Yes, हाँ जी sir. सर। यस सर। ਸੈਕਿੰਡ ਟਾਈਮ ਜਿੱਦਾਂ ਤੁਸੀਂ m1 m2 ਨੂੰ ਮਲਟੀਪਲਾਈ ਕੀਤਾ, ਸੈਕਿੰਡ ਟਾਈਮ ਆਪਾਂ ਇਹਨਾਂ ਦੋਨਾਂ ਨੂੰ ਡਿਵਾਈਡ ਕਰ ਲੈਣਾ। ਠੀਕ ਹੈ, ਇਹ ਤੇ ਨੈਕਸਟ ਆਪਣੇ ਕੋਲ ਆ ਜਾਏਗਾ डिवाइड। ठीक है जी, दोनों इक्वेशन डिवाइड करो, डिवाइड 1/2 मतलब अपने को आ गया m1/m2 और m1/m2 डिवाइड करके अपने को इधरों डिवाइड करिए, टर्म बन गई v/u ओवर आ गया u/v, यानी टर्म बन जाएगी v²/u²। ਇਹ ਮੇਰੇ ਕੋਲ m1/m2 ਦੀ ਜਿਹੜੀ ਰੇਸ਼ੋ ਹੈਗੀ ਆ ਉਹ v²/u² ਦੇ ਇਕੁਅਲ ਆ ਜਾਓ। ਇਨਾ ਕਲੀਅਰ ਆ ਪਹਿਲੋਂ? यस सर। इना क्लियर है बच्चे? यस सर। यस यस ਇਸੇ ਫਿਗਰ ਤੋਂ ਚੱਲਦੇ ਆਪਾਂ। ਜੇ ਹੁਣ ਆ ਡਿਸਟੈਂਸ ਇਨਵੋਲਵਡ ਕਰ ਆਪਾਂ ਜਿਹੜੇ ਫਿਗਰ 'ਚ ਡਿਸਟੈਂਸ ਹੈਗੇ ਜੇ ਇਹ ਇਨਵੋਲਵਡ ਕਰਾਣੇ ਆ, ਇਹਦੇ ਵਿੱਚ ਜੇ ਮੈਂ d ਲੈਂਥ ਬਣਾਣੀ ਆ ਹਨਾ, ਤੇ ਪੁੱਤ ਇਸ b ਤੋਂ ਲੈ ਕੇ m ਤੱਕ ਦੀ ਲੈਂਥ ਮੇਰੀ u ਆ, ਫਿਰ ਲੈਂਸ ਤੋਂ ਲੈ ਕੇ ਲੈਂਸ ਤੱਕ ਦਾ ਡਿਸਟੈਂਸ ਮੇਰਾ x ਵਾ, ਫਿਰ ਲੈਂਸ n ਪੋਜੀਸ਼ਨ ਤੋਂ ਲੈ ਕੇ ਇੱਥੇ ਤੱਕ ਜਿੱਥੇ ਇਮੇਜ ਆਈ ਆ ਉੱਥੇ ਤੱਕ ਦਾ ਡਿਸਟੈਂਸ ਮੇਰਾ u ਆ। ਇਹਦਾ ਮਤਲਬ ਜੇ ਮੈਂ ਐਸ ਸੱਚ ਡਿਸਟੈਂਸ ਬਿਟਵੀਨ ਆਬਜੈਕਟ ਐਂਡ ਸਕਰੀਨ ਜਿਹੜਾ ਕਿ d ਆ, d ਨੂੰ ਲਿਖਣਾ ਹੋਵੇ ਇਹਨੂੰ ਮੈਂ u + x + u ਲਿਖ ਸਕਦਾ। यस सर। यस सर। ਸੋ ਨੈਕਸਟ ਲਾਈਨ 'ਚ ਇਸੇ ਚੀਜ਼ ਨੂੰ ਡਿਫਾਈਨ ਕਰ ਰਿਹਾ। ਠੀਕ ਹੈ ਜੀ, ਜੇ ਆਪਾਂ ਇਹਨੂੰ ਐਸ ਸੱਚ ਤੋਂ ਲਿਖ ਕੇ ਚੱਲੀਏ ਤੇ ਆਪਣੇ ਕੋਲ u ਤੇ v ਆਪਾਂ ਡਿਫਾਈਨ ਕਰਨੇ। ਉਹਦੇ ਲਈ ਆਪਾਂ ਕੀ ਕਹਿੰਦੇ, ਫਰਮ ਫਿਗਰ। ਜੇ ਮੈਂ ਫਿਗਰ ਤੋਂ ਡਿਫਾਈਨ ਕਰਾਂ ਤੇ ਆਪਣੇ ਕੋਲ ਆ ਜਾਏਗਾ u + x + u = d। ਇਹਦਾ ਮਤਲਬ ਆਪਣੇ ਕੋਲ ਟਰਮ ਬਣ ਗਈ 2u + x = d। ਠੀਕ ਹੈ ਜੀ, ਤੇ ਇਤੋਂ ਆਪਾਂ u ਡਿਫਾਈਨ ਕਰ ਦਈਏ ਤੇ u ਦੀ ਵੈਲਿਊ ਬਣ ਗਈ d - x/2। क्या आ चीज क्लियर है? यस सर। यस सर। यस सर। इना क्लियर है जी? हाँ जी सर। चल हाँ जी सर। फिर आ जाओ वापस फिगर च। ਤੇ ਜੇ ਮੈਂ ਹੁਣ ਫਿਗਰ ਦੇ ਵਿੱਚੋਂ ਆਪਣਾ v ਡਿਫਾਈਨ ਕਰਨਾ ਹੈ ਨਾ, ਬਬਲੀਨ ਹੈ ਪਰ ਕੋਈ ਦੇਖ ਕੇ ਦੱਸ ਦਿਆ ਕਰੋ, ਉਹ ਤਾਂ ਫਿਰ ਮੈਨੂੰ ਹੀ ਦੁਬਾਰਾ ਖੋਲਣਾ ਪੈਂਦਾ। ਬਬਲੀਨ है सर। सर है। क्या इना क्लियर है अपने को u और v दी वैल्यू इना क्लियर है? यस सर। यस सर। ਚਲ ਹੁਣ ਐਸਐਚ ਅਸੀਂ ਇਹਨੂੰ ਰਿਲੇਟ ਕਰਦੇ ਪਏ ਫੋਕਲ ਲੈਂਥ ਦੇ ਨਾਲ। ਠੀਕ ਹੈ, ਤੇ ਉਹਦੇ ਵਾਸਤੇ ਐਸਐਚ ਇੱਥੇ ਲਗਾ ਦਿਓ ਆਪਣੇ ਕੋਲ ਲੈਂਸ ਫਾਰਮੂਲਾ। ਤੇ ਜੇ ਲੈਂਸ ਫਾਰਮੂਲਾ ਲਈਏ ਤੇ we know that 1/v - 1/u = 1/f। ਠੀਕ ਹੈ, ਤੇ ਤੁਹਾਡੇ ਕੋਲ u ਔਰ v, ਤੁਹਾਡੇ ਕੋਲ u ਔਰ v ਦੋਨਾਂ ਦੀ ਵੈਲਿਊ ਜਿਹੜੀ ਐਸਐਚ ਉਹ ਕਹਿੰਦਾ ਜੀ ਆਪਣੇ ਕੋਲ ਕੈਲਕੂਲੇਟ ਆ d ਔਰ x ਦੀ ਫਾਰਮ 'ਚ। ਇਹਨੂੰ ਐਸਾ ਸਬਸਟੀਟਿਊਟ ਕਰੋ ਤੇ देयरफॉर ਆਪਣੇ ਕੋਲ ਕੰਡੀਸ਼ਨ ਬਣਾਓ ਕੀ ਬਣਦੀ। ਇੱਥੇ ਟਰਮ ਲਈਏ ਜੀ ਤੇ 1/v ਦੀ ਥਾਂ ਤੇ 1/d + x और 2 ने ऊपर चले जाना, यानी इतने टर्म आ जाएगी 2/d + x माइनस। ਹੁਣ ਇੱਥੇ ਸਮਝ ਲਿਓ ਬੇਟਾ, ਆਬਜੈਕਟ ਡਿਸਟੈਂਸ ਹਮੇਸ਼ਾ ਲੈਂਸ ਦੇ ਇਨ ਫਰੰਟ ਆਂਦਾ। u ਯਾਨੀ ਜੇ ਮੈਂ ਲੈ ਕੇ ਚੱਲਾਂ ਆਬਜੈਕਟ ਡਿਸਟੈਂਸ ਤੇ ਲੈਂਸ ਦੇ ਹਮੇਸ਼ਾ ਇਨ ਫਰੰਟ ਵਾਲਾ ਡਿਸਟੈਂਸ ਹੁੰਦਾ ਤੇ ਲੈਂਸ ਦੇ ਇਨ ਫਰੰਟ ਡਿਸਟੈਂਸ ਹਮੇਸ਼ਾ ਮਾਈਨਸ ਚ ਹੁੰਦਾ। क्या ਇੰਨੀ ਗੱਲ ਸਮਝ ਲੱਗੀ? यस सर। यस सर। ਇਹਦਾ ਮਤਲਬ ਜਦੋਂ ਤੁਸੀਂ ਵੈਲਿਊ ਪੁੱਟ ਕਰਨੀ ਆ u ਦੀ ਤੇ u ਦੀ ਵੈਲਿਊ ਮੇਰੇ ਕੋਲ ਐਸ ਸੱਚ ਕੀ ਕਰੇਗੀ, ਸਾਰੀ ਟਰਮ ਦੇ ਅੱਗੇ ਇੱਕ ਮਾਈਨਸ ਨਾਲ ਸਟੈਂਡ ਕਰਨਾ। ਇਸ ਲਈ ਮਾਈਨਸ ਦੇ ਨਾਲ ਜੇ ਮੈਂ ਇਹਦੀ ਵੈਲਿਊ ਪੁੱਟ ਅਪ ਕਰਾਂ, ਠੀਕ ਹੈ, ਤੇ ਆਪਣੇ ਕੋਲ ਇੱਥੇ ਟਰਮ 2/d - x
ठीक है, तो ना लगे माइनस आनी, माइनस माइनस एडजस्ट कर लो, टर्म मेरी प्लस च बन जाएगी। प्लस क्यों आया, क्लियर है? यस सर। Yes, sir. इक्वल टू आ गया अपने को 1/f आ जाएगा। ठीक है, ਹੁਣ ਇੰਨੀ ਟਰਮ ਮੇਰੇ ਕੋਲ ਆ ਗਈ, ਇਹਨੂੰ ਸੋਲਵ ਕਰਕੇ ਸਿੰਪਲੀਫਾਈ ਕਰਕੇ ਆਪਾਂ ਫੋਕਲ ਲੈਂਥ ਤੇ d ਦਾ ਰਿਲੇਸ਼ਨ ਦੇਣਾ ਵਾ। ਕਿਆ ਇੰਨੇ ਸਟੈਪ ਕਲੀਅਰ ਆ? यस सर। ਚਲ ਹੁਣ ਜੇ ਨੀਚੇ ਦੇਖਾਂ ਪੁੱਤ ਤੇ ਨੀਚੇ ਮੇਰਾ ਫਾਰਮੂਲਾ a + b a - b ਵਾਲੀ ਫਾਰਮ ਚ ਬਣਦਾ ਪਿਆ। ਇਹਦਾ ਮਤਲਬ ਜੇ ਆਪਾਂ ਐਲਸੀਐਮ ਲੈ ਲਈਏ ਤੇ ਆਪਣੇ ਕੋਲ ਐਲਸੀਐਮ ਦੇ ਅੰਦਰ ਟਰਮ ਜਿਹੜੀ ਹੋਏਗੀ, ਠੀਕ ਹੈ, ਇੱਥੇ ਡਿਫਾਈਨ ਕਰ ਰਹੇ ਹਾਂ 1/f ਆਪਣੇ ਕੋਲ ਆ ਜਾਏਗਾ 1/f = d² - x²। क्या इतना क्लियर? Yes, sir. Yes, sir. ਤੇ ਜੇ ਇਹ ਸਾਰੀ ਟਰਮ ਨੂੰ ਸੋਲਵ ਕਰੀਏ d² - x² ਨੂੰ d + x ਨਾਲ ਡਿਵਾਈਡ ਕਰਾਂ ਤੇ d - x ਬਚੂ, ਉਹਨੂੰ 2 ਨਾਲ ਮਲਟੀਪਲਾਈ ਕਰ ਲਾਂ, ਮੁੜ ਕੇ ਐਸਐਚ ਇਸੇ ਵੇ ਨਾ, ਮਤਲਬ ਇੱਕ ਸਟੈਪ ਵਿਚਲਾ ਸਿੰਪਲੀਫਾਈ ਕਰਕੇ ਸਿੱਧਾ ਲਿਖ ਰਿਹਾ ਕਿ ਆਹ ਟਰਮ ਪਲੱਸ ਹੋ ਜਾਣੀ ਆ ਤੇ ਨੀਚੇ ਮੇਰਾ d² - x² ਆ ਜਾਏਗਾ। ਇਹਦਾ ਮਤਲਬ ਆਪਣੇ ਕੋਲ ਜਿਹੜੀ ਵੈਲਿਊ ਹੋਏਗੀ, मैं ऊपर दोबारा कर रहा बच्चे, लास्ट स्टेप जड़ा इतने, फिर नहीं तो बहुत टाइट हो रहेगा। इन्हें फिगर च कोई डाउट है तो बोलो, नहीं तो मैं एसएच दी फोटो क्लिक कर दा ते फिर कंटिन्यू करा। Sir, AB ਨੂੰ O क्यों suppose ਕੀਤਾ? ओए ਆਪਾਂ ਜਿੱਦਾਂ ਇਮੇਜ ਦੀ ਹਾਈਟ ਨੂੰ ਆਪਾਂ h1 h2 ਲਿਖਦੇ ਆ, ਆਪਾਂ ਇਸ ਵੇਲੇ ਇਮੇਜ ਦੀ ਹਾਈਟ ਦੇ ਵੇਰੀਏਬਲ ਜਿਹੜੇ ਆ ਉਹ ਐਸਐਚ i1 ਤੇ i2 ਮੰਨ ਲੈ, ਦੋ ਇਮੇਜ ਹਾਈਟ ਆਈਆਂ, i1 i2 ਲਿਖ ਲੈ। ਆਬਜੈਕਟ ਦੀ ਹਾਈਟ ਨੂੰ ਵੀ ਤਾਂ ਕੋਈ ਸਿੰਬਲ ਦਊਂਗਾ। Yes, sir. ਆਬਜੈਕਟ ਦੀ ਹਾਈਟ ਨੂੰ ਅਸੀਂ ਜਿਹੜਾ SHO ਸਿੰਬਲ ਦੇਤਾ ਬੇਟਾ, ਉਹ ਤੇ ਹਾਈਟ ਨੂੰ ਸਿੰਬਲ ਦਿੱਤਾ, ਵੇਰੀਏਬਲ ਆਪਾਂ ਹਾਈਟ ਲਈ ਡਿਫਾਈਨ ਕੀਤਾ ਵਾ। Okay, sir. ਕਲੀਅਰ ਆ? ਹਾਂਜੀ। ਚਲ ਲਾਸਟ ਵਾਲਾ ਸਟੈਪ ਉੱਪਰ ਕਰ ਰਿਹਾ ਬੇਟਾ। ਹੁਣ अपने को लास्ट जो टर्म आई है वो दोबारा लिख रहे हैं। अपने को टर्म आ गई 2/d + x + 2/d - x = 1/f। ठीक है, इन्हें सॉल्व करते चलिए ते अपने को एसएच इहदा एलसीएम बना लो। एलसीएम बन गया d² - x²। क्लियर है जी? Yes, sir. इतना क्लियर है? Yes, sir. चल ਹੁਣ ਇੰਨੀ ਟਰਮ ਨੂੰ ਇਹਨਾਂ ਡਿਵਾਈਡ ਕਰਾਂ ਤੇ d - x ਬਚ ਜਾਣਾ, ਯਾਨੀ 2 * d - x ਆ ਜਾਏਗਾ ਪਲੱਸ 2 * d + x ਆ ਜਾਏਗਾ = 1/f ਆ ਜਾਊ। ठीक है, जे एक्सपेंड कर लिए तो 2d - 2x + 2d + 2x ओवर आ गया मेरे को d² - x² = 1/f आ जाऊगा। 2x अपना कैंसिल हो जाना, अपनी टर्म आ जाएगी 4d / d² - x² = 1/f। क्या इतना क्लियर है जी? यस सर। Yes, sir. Yes, sir. लास्ट स्टेप ए तो लेंस दी फोकल लेंथ डिफाइन कर दो। अपने को देयरफॉर फोकल लेंथ ਲਈ फार्मूला एसएच आ जाएगा d² - x² / 4d। ਆ ਤੁਹਾਡੇ ਕੋਲ ਫਾਰਮੂਲਾ ਹੋਏਗਾ ਜਿਹੜਾ ਲੈਂਸ ਦੀ ਫੋਕਲ ਲੈਂਥ ਡਿਫਾਈਨ ਕਰੇਗਾ। ठीक है, और d मेरे को होएगा लेंस, सॉरी d मेरे को होएगा ऑब्जेक्ट ते स्क्रीन दे इन बिटवीन गैप, और x मेरे को जेड़ा डिस्टेंस बिटवीन टू पोजीशन ऑफ द गिवन लेंस। जे आ तीन चीज दो वेरिएबल मेनू क्वेश्चन च दिते होया, ठीक है, स्क्रीन दा ते ऑब्जेक्ट दा गैप दिता होया, दो लेंस दी लेंस दियां दो पोजीशंस जेड़ियां ने ओदा गैप दिता होया, ते ਅਸੀਂ लेंस दी फोकल लेंथ जेड़ी आ ਉਹ ਇਸ ਰਿਲੇਸ਼ਨ ਨਾਲ ਕੈਲਕੂਲੇਟ ਕਰ ਸਕਦੇ। क्या इतना क्लियर है बच्चे? Yes, sir. Yes, sir. आर्टिकल अपना कंप्लीट है। जे कोई स्टेप डाउटफुल हैगा मैथमेटिकल नीचे अपने को सारा ही हैगा, एक बारी जल्दी जल्दी निगाह मार लो। जे कुछ लगदा पूछन वाला तो एक बार मैनू जरूर दस दियो। फर्स्ट असी एसएच फर्स्ट पोजीशन दे नाल मैग्नीफिकेशन डिफाइन कर ली सीगी, मुड़ के असी एसएच सेकंड पोजीशन ते मैग्नीफिकेशन डिफाइन कर दित्ती। एक बारी दोनों ਨੂੰ ਮਲਟੀਪਲਾਈ ਕਰਕੇ, ठीक है जी, ਆਪਾਂ ਆ ਰਿਲੇਸ਼ਨ ਕਈ ਵਾਰੀ ਇੰਡੀਵਿਜੂਅਲ ਪੁੱਛਦੇ ਆ, ਜੇ ਆ ਸਕਦਾ ਕਿ ਵੀ ਪ੍ਰੂਵ ਦੈਟ ਆਬਜੈਕਟ ਹਾਈਟ ਇਜ਼ ਇਕੁਅਲ ਟੂ ਰੂਟ ਆਫ ਦਾ ਪ੍ਰੋਡਕਟ ਆਫ ਦਾ ਕਹਿੰਦਾ ਜੀ ਇਮੇਜ ਹਾਈਟਸ, ਹਨਾ, ਤੇ ਆ ਫਰਸਟ ਪਾਰਟ ਸਿਰਫ ਉਹਦੇ ਵਾਸਤੇ ਆ, ਅਦਰਵਾਈਜ਼ ਆਪਾਂ ਨੂੰ ਇਸ ਪਾਰਟ ਦੀ ਲੋੜ ਨਹੀਂ ਪੈਣੀ। ਠੀਕ ਹੈ ਜੀ, ਜੇ ਫੋਕਲ ਲੈਂਥ ਹੀ ਕੱਢਣੀ ਆ ਤੇ ਤੁਸੀਂ ਦੋਨੋਂ ਇਕੁਏਸ਼ਨ ਡਿਵਾਈਡ ਕਰ ਲਓ। ठीक है जी, मेरे को एक रिलेशन आ वाला बनता
ਤੇ ਮੁੜ ਕੇ ਆ ਪਾਰਟ ਮੇਰੇ ਕੋਲ ਜਿਹੜਾ ਵਾ ਇਹ ਫੋਕਲ ਲੈਂਥ ਨਾਲ ਕੋਰਿਲੇਟ ਕਰ ਦੇਗਾ ਤੁਹਾਨੂੰ। 2 ਤੋਂ 3 ਚੀਜ਼ਾਂ ਦੇ ਵਿੱਚ ਆਪਾਂ ਇਹਨੂੰ ਡਿਵਾਈਡ ਕੀਤਾ, ਠੀਕ ਹੈ ਜੀ। ਇੱਕ ਆਬਜੈਕਟ ਦਾ ਹਾਈਟ, ਠੀਕ ਹੈ, ਉਹਨੂੰ ਇਮੇਜ ਦੀ 2 ਹਾਈਟਸ ਦੀ ਜਿਹੜੀ ਵੈਲਿਊਜ਼ ਨੇ ਉਹਨਾਂ ਰਿਲੇਟ ਕੀਤਾ। ਇੱਕ ਅਸੀਂ ਆਬਜੈਕਟ ਤੇ ਇਮੇਜ ਦੇ ਡਿਸਟੈਂਸ ਜਿਹੜੇ ਨੇ ਉਹ ਰਿਲੇਟ ਕੀਤੇ, ਤੇ ਤੀਜਾ ਅਸੀਂ ਫੋਕਲ ਲੈਂਥ ਨੂੰ ਸਕਰੀਨ ਦਾ ਤੇ ਆਬਜੈਕਟ ਦੇ ਵਿਚਲਾ ਗੈਪ ਜਿਹੜਾ ਵਾ ਉਹਨਾਂ ਰਿਲੇਟ ਕੀਤਾ। ਕਿ ਇਹਨਾਂ ਕਲੀਅਰ ਆ? Yes, sir. ਹੋ ਜੂ ਕੰਪਲੀਟ ਤੇ ਕਰਾਂ ਕੰਟੀਨਿਊ। ਯੈਸ Yes. ਚਲ ਤੁਹਾਡਾ ਟੌਪਿਕ ਯਾਨੀ ਚੈਪਟਰ ਜਿਹੜਾ ਹੈਗਾ ਰਿਫਰੈਕਸ਼ਨ ਆਪਣਾ, ਉਹ ਬੇਟਾ ਆਪਣੇ ਥਿਉਰੀ ਵਾਈਜ਼ ਕੰਪਲੀਟ ਆ, ਠੀਕ ਹੈ ਜੀ। ਇਸ ਤੋਂ ਬਾਅਦ ਆਪਣੇ ਕੋਲ ਇਹਦੇ ਨੂਮੈਰੀਕਲਸ ਨੇ। ਮੈਂ ਕੱਲ ਫਾਰਮੂਲੇ ਪੜਨ ਨੂੰ ਕਿਹਾ ਸੀ, ਕਿਆ ਪੜੇ ਕਿ ਨਹੀਂ? Yes, sir. Yes, sir. ਚਲ ਸਨੈਲ ਲਾਅ ਦਾ ਕੀ ਫਾਰਮੂਲਾ? ਸੌਖੇ ਤੋਂ ਸ਼ੁਰੂ ਕਰੀਏ। ਮਰਸੀ mu1 I equal to mu2 R. ਹਾਂਜੀ चलो मैं इरेज कर रहे हैं बेटा, करिए शुरू। चलो अपने को एस कुछ फॉर्मूले की गल पहलो कर रहे हैं तो ना रिफ्रैक्शन दे। कल मैं शीट भेजी सी, मिल गई सारे नहीं? कल तो भेजी नहीं ना, कल तो नहीं भेजी रिफ्रैक्शन की कोई शीट में? ਨਹੀਂ ਸਰ। ਪਹਿਲੋਂ ਜਿਹੜੀ ਸ਼ੀਟ ਭੇਜੀ ਹੋਈ ਆ ਉਹ ਚ ਰਿਫਰੈਕਸ਼ਨ ਦੇ ਨੂਮੈਰੀਕਲ ਹੈਗੇ ਆ, ਤੇ ਉਹ ਜਿਹੜੀ ਅੱਗੇ ਭੇਜੀ ਆ ਪੁੱਤ ਤੇ ਕੁਝ ਐਡੀਸ਼ਨਲ ਹੋਰ 20 ਕ ਨੂਮੈਰੀਕਲ ਹੈਗੇ। ਉਹਦੀ ਮੈਂ ਨਵੀਂ ਸ਼ੀਟ ਅੱਜ ਭੇਜਾਂਗਾ, ਕੱਲ ਨਹੀਂ ਭੇਜੀ, ਉਹ ਅੱਜ ਮੈਂ ਇੱਕ ਵਾਰੀ ਤੁਹਾਨੂੰ ਭੇਜ ਦਾਂਗਾ, ਠੀਕ ਹੈ। ਇਸ ਵਿੱਚ ਇੱਕ ਰਿਲੇਸ਼ਨ ਸਾਡੇ ਕੋਲ ਆ ਜਾਂਦਾ ਰਿਫਰੈਕਟਿਵ ਇੰਡੈਕਸ ਦਾ, ਜਿਹਨੂੰ ਅਸੀਂ ਕੋਰਿਲੇਟ ਕਰਦੇ ਸਾਈਨ i ਬਾਈ ਸਾਈਨ r ਦੇ ਥਰੂ, ਠੀਕ ਹੈ ਜੀ। ਔਰ ਇੰਨੀ ਗੱਲ ਪਹਿਲਾਂ ਵੀ ਕਹੀ ਸੀ, ਫਿਰ ਰਿਪੀਟ ਕਰ ਰਿਹਾ, ਜਦੋਂ ਵੀ ਕੱਲਾ ਮਿਊ ਹੋਏਗਾ ਯਾਨੀ ਇਹਦੇ ਐਸ ਐਚ ਉੱਪਰ ਨੀਚੇ ਕੋਈ ਮੀਡੀਅਮ ਨਹੀਂ ਲਿਖਿਆ, ਹਮੇਸ਼ਾ ਉਹਦੇ ਵਾਸਤੇ ਅਸੀਂ ਕੰਸੀਡਰ ਕਰਦੇ ਜ਼ਿਆਦਾਤਰ ਕਿ ਉੱਪਰ ਰੇਅਰ ਤੇ ਨੀਚੇ ਡੈਂਸਰ ਮੀਡੀਅਮ ਹੋਏਗਾ। ਇਹ ਐਸ ਐਚ ਆਪਾਂ ਇੱਕ ਫਾਰਮੂਲਾ ਮਿਊ ਦਾ ਆ ਜਿਹੜਾ ਆ ਜਾਏਗਾ, ਮਿਊ ਇਜ਼ ਦਾ ਰੇਸ਼ੀਓ ਆਫ ਸਪੀਡ ਆਫ ਲਾਈਟ ਇਨ 에ਅਰ ਟੂ ਦਾ ਸਪੀਡ ਆਫ ਲਾਈਟ ਇਨ ਗਿਵਨ ਮੀਡੀਅਮ। क्या इना क्लियर आ? ਹਾਂਜੀ Yes, ਸਰ। sir. Yes, sir. म्यू ਦਾ ਫਾਰਮੂਲਾ ਆਪਾਂ ਕੀਤਾ ਸੀਗਾ, ਠੀਕ ਹੈ ਜੀ, SHTIR ਦੀ ਫਾਰਮ ਚ म्यू ਇਕੁਅਲ ਟੂ ਸਾਈਨ ਆਫ ਕ੍ਰਿਟੀਕਲ ਐਂਗਲ। ਕਲੀਅਰ ਆ? ਯੈਸ ਸਰ। Yes, sir. ਕਲੀਅਰ ਆ ਜੀ। ਇੱਕ ਆਪਾਂ Yes, sir. ਕੀਤਾ SH ਲੇਟਰਲ ਸ਼ਿਫਟ ਜਾਂ ਲੇਟਰਲ ਡਿਸਪਲੇਸਮੈਂਟ। ਕੋਈ ਬੋਲੇਗਾ ਕੀ ਸੀਗੀ ਟਰਮ? ਲੇਟਰਲ ਡਿਸਪਲੇਸਮੈਂਟ ਜਾਂ ਲੇਟਰਲ ਸ਼ਿਫਟ ਕਿਹਨੂੰ ਕਿਹਾ ਸੀ ਅਸੀਂ? Sir, perpendicular distance between emergent ray and incident ray. ਬਿਲਕੁਲ, ਅਸੀਂ ਕਿਹਾ ਸੀ ਕਿਸੇ ਸਲੈਬ ਚੋਂ ਜਦੋਂ ਲਾਈਟ ਪਾਸ ਕਰਦੀ ਆ, ਜਿਹੜਾ ਲਾਈਟ ਦਾ ओरिजिनल ਪਾਥ ਆ, ਜਸਟ ਜਲਦੀ ਜਲਦੀ ਦੱਸਦਾ ਪਿਆ, ਜਿਹੜਾ ਲਾਈਟ ਦਾ ओरिजिनल ਪਾਥ ਆ ਤੇ ਜਿਹੜੇ ਪਾਥ ਤੇ ਲਾਈਟ ਜਿਹੜੀ ਆ ਉਹ ਰਿਫਰੈਕਟ ਕਰਕੇ ਫਾਈਨਲ ਇਹਦੇ ਵਿੱਚੋਂ ਅਮਰਜ ਆਊਟ ਕਰਦੀ, ਇਹਨਾਂ ਵਿਚਲਾ ਆ ਜਿਹੜਾ ਪਰਪੈਂਡੀਕੂਲਰ ਡਿਸਟੈਂਸ ਆ, ਇਸ ਡਿਸਟੈਂਸ ਨੂੰ ਅਸੀਂ ਲੇਟਰਲ ਡਿਸਪਲੇਸਮੈਂਟ ਕਹਿੰਦੇ। ਇਹਦੇ ਲਈ ਕੀ ਚਾਹੀਦਾ? ਲਾਈਟ ਇਸ ਸਰਫੇਸ ਤੇ ਕਿੰਨੇ ਐਂਗਲ ਤੇ ਇਨਸੀਡੈਂਟ ਕਰ ਰਹੀ ਆ, ਠੀਕ ਹੈ। ਲਾਈਟ ਦਾ ਇੱਥੇ ਐਸੇ ਤੁਹਾਡੇ ਕੋਲ ਐਂਗਲ ਆਫ ਰਿਫਰੈਕਸ਼ਨ ਕਿੰਨਾ ਵਾ, ਠੀਕ ਹੈ, ਤੇ ਗਲਾਸ ਸਲੈਬ ਦੀ ਜਿਹੜੀ ਤੁਹਾਡੀ ਥਿਕਨੈਸ ਆ ਕਿੰਨੀ। ਸੋ T ਚਾਹੀਦਾ, I ਚਾਹੀਦਾ, R ਚਾਹੀਦਾ। ਇਹਨਾਂ ਤਿੰਨ ਵੇਰੀਏਬਲ ਦੀ ਫਾਰਮ ਚ ਲੇਟਰਲ ਡਿਸਪਲੇਸਮੈਂਟ ਦਾ ਫਾਰਮੂਲਾ ਬਣਾਇਆ ਸੀ। ਕਿਆ ਵੇਰੀਏਬਲ ਕੀ ਆਪਣੇ ਕੋਲ ਲੇਟਰਲ ਡਿਸਪਲੇਸਮੈਂਟ ਕੀ ਆ, ਇਹਨਾਂ ਕਲੀਅਰ ਆ? ਯੈਸ ਸਰ। Yes, sir. ਫਾਰਮੂਲਾ ਬੋਲੇਗਾ ਕੋਈ ਕੀ ਸੀਗਾ ਬਣਿਆ? T sin I1 minus R1 by cos R1. I minus R over cos of ਕਿਹੜਾ ਐਂਗਲ ਸੀ ਆਪਣਾ? R1. R ਐਂਗਲ ਆਫ ਰਿਫਰੈਕਸ਼ਨ, ਠੀਕ ਹੈ। ਸੋ ਐਸ ਐਚ ਆ ਆਪਣੇ ਕੋਲ ਇੱਕ ਇਹਦਾ ਜੀ ਫਾਰਮੂਲਾ ਬਣ ਜਾਏਗਾ। ਕਲੀਅਰ ਹੈ ਨੀ ਗੱਲ? Yes. ਚਲ ਇਸ ਤੋਂ ਬਾਅਦ ਇੱਕ ਫਾਰਮੂਲਾ ਹੋਰ ਡਿਸਕਸ ਕਰ ਰਹੇ ਹਾਂ, ਠੀਕ ਹੈ ਜੀ। ਆਪਾਂ ਟਰਮ ਕੀਤੀ ਸੀਗੀ ਰੀਅਲ ਡੈਪਥ ਤੇ ਐਪਰੈਂਟ ਡੈਪਥ ਦੀ ਫਾਰਮ ਚ, ਠੀਕ ਹੈ। ਮਿਊ ਦਾ ਫਾਰਮੂਲਾ ਆਪਣੇ ਕੋਲ ਆਇਆ ਸੀ ਰੀਅਲ ਤੇ ਐਪਰੈਂਟ ਡੈਪਥ ਦੀ ਫਾਰਮ ਚ। ਕੀ ਸੀਗਾ ਫਾਰਮੂਲਾ? So real depth upon apparent depth. ਰੀਅਲ ਬਾਈ ਐਪਰੈਂਟ। ਜਦੋਂ ਰੀਅਲ ਬਾਈ ਐਪਰੈਂਟ ਡੈਪਥ ਲਿਖਾਂਗੇ
ਇਹ ਚ ਮਿਊ ਦੇ ਵਿੱਚ ਉੱਪਰ ਨੀਚੇ ਮੀਡੀਅਮ ਕਿਹੜੇ ਨੇ? A mu W. बिल्कुल ठीक है। ए म्यू डेंसर ਇਹਦਾ ਲਿਖ ਦੋ, ਉੱਪਰ ਰੇਜ਼ਰ ਮੀਡੀਅਮ ਆ, ਨੀਚੇ ਮੇਰਾ ਡੈਂਸਰ ਆ। ਜ਼ਰੂਰੀ ਨਹੀਂ ਪੁੱਤ ਆਪਣੇ ਕੋਲ ਵਾਟਰ ਮੀਡੀਅਮ ਹੀ ਹੋਵੇ, ਕਿਸੇ ਵੀ ਮੀਡੀਅਮ ਦੇ ਅੰਦਰ ਜਦੋਂ ਲਾਈਟ ਰੇਜ਼ਰ ਟੂ ਡੈਂਸਰ ਜਾ ਰਹੀ ਹੈ ਤੁਸੀਂ ਕਹਿੰਦੇ ਜੀ ਉਦੋਂ ਉਹ ਰਿਫਰੈਕਟ ਕਰਦੀ, ਐਪਰੈਂਟ ਡੈਪਥ ਹੋਰ ਹੋਏਗੀ, ਰੀਅਲ ਡੈਪਥ ਹੋਰ ਹੋਏਗੀ। क्या ਇੰਨਾ ਕਲੀਅਰ ਆ? ਯੈਸ ਸਰ। Yes, sir. ਇਸ ਤੋਂ ਬਾਅਦ ਆਪਣੇ ਕੋਲ ਜਿਹੜੇ ਫਾਰਮੂਲੇ ਸੀਗੇ, ਠੀਕ ਹੈ ਜੀ, ਉਹ ਆਪਣੇ ਟੌਪਿਕ ਸੀਗਾ 5 ਟੌਪਿਕ ਆਪਾਂ ਜਿਹੜੇ ਇਕੱਠੇ ਕੀਤੇ ਸੀ। ਰਿਫਰੈਕਸ਼ਨ ਫਰਮ ਰੇਜ਼ਰ ਟੂ ਡੈਂਸਰ, ਉਹ ਚ 3 ਡੈਰੀਵੇਸ਼ਨ, ਫਿਰ ਡੈਂਸਰ ਟੂ ਰੇਜ਼ਰ ਵਾਲੀਆਂ ਉਹਦੀਆਂ 2 ਡੈਰੀਵੇਸ਼ਨ। ਉਹ ਚ ਮੈਂ 5 ਚ ਕਿਹਾ ਸੀ ਇੱਕ ਫਾਰਮੂਲਾ ਯਾਦ ਰੱਖ ਲਓ, ਰੇਜ਼ਰ ਟੂ ਡੈਂਸਰ ਜਦੋਂ ਲਾਈਟ ਜਾਣੀ ਆ, ਬੇਸ਼ੱਕ ਉਹ ਤੁਹਾਡੇ ਕੋਲ ਜਿਹੜੀ ਲਾਈਟ ਜਦੋਂ ਟਰੈਵਲ ਕਰਦੀ ਪਈ ਕਨਵੈਕਸ ਵਾਸਤੇ ਆ, ਕਨਵੈਕਸ ਸਰਫੇਸ ਆ ਜਾਂ ਕਨਕੇਵ ਸਰਫੇਸ ਆ, ਰੀਅਲ ਇਮੇਜ ਆ ਜਾਂ ਵਰਚੁਅਲ ਆ, ਕੋਈ ਕੇਸ ਹੋਵੇ, but light travel from raiser to denser। ਜੇ ਲਾਈਟ ਰੇਜ਼ਰ ਟੂ ਡੈਂਸਰ ਜਾਏਗੀ, ਜਦੋਂ ਲਾਈਟ ਰੇਜ਼ਰ ਟੂ ਡੈਂਸਰ ਜਾਏਗੀ, ਸਰਫੇਸ ਜਿਹੜੀ ਮਰਜੀ, ਇਮੇਜ ਜਿਹੜੀ ਮਰਜੀ, ਸਾਰਿਆਂ ਵਾਸਤੇ ਰਿਜ਼ਲਟ ਇੱਕੋ ਹੀ ਸੀਗਾ, μ1 by object distance minus u plus μ2 by v equal to μ2 minus μ1 by radius of curvature। ਇਹ ਰੇਜ਼ਰ ਟੂ ਡੈਂਸਰ, ਜੇ ਡੈਂਸਰ ਟੂ ਰੇਜ਼ਰ ਆ ਗਿਆ, μ1 ਤੇ μ2 ਆਪਸ ਵਿੱਚ ਇੰਟਰਚੇਂਜ ਕਰ ਦਿਓ, ਫਾਰਮੂਲਾ ਇੱਕੋ ਯਾਦ ਰੱਖ ਲਓ। ਇਨਾ ਕਲੀਅਰ ਆ? ਯੈਸ ਸਰ। ਚਲੋ ਇਸ ਤੋਂ ਅਗਲੇ ਫਾਰਮੂਲੇ ਹਜੇ ਨਹੀਂ ਡਿਸਕਸ ਕਰਨ ਲੱਗਿਆ, ਜਦੋਂ ਉੱਥੇ ਤੱਕ ਪਹੁੰਚਾਂਗੇ ਨਿਊਮੈਰੀਕਲ ਚ ਤਾਂ ਉਦੋਂ ਗੱਲ ਕਰਾਂਗੇ, ਠੀਕ ਹੈ ਜੀ। ਇਹਦੇ ਰਿਲੇਟਡ ਨਿਊਮੈਰੀਕਲ ਸ਼ੁਰੂ ਕਰ ਰਿਹਾ। ਫਸਟ ਨਿਊਮੈਰੀਕਲ ਦੀ ਸਟੇਟਮੈਂਟ ਪੜ੍ਹ ਲਓ। हाँ जी, फर्स्ट न्यूमेरिकल हैगा अपने को बेटा, शीट है सारे को ना? पुत शीट हैगी इस वेले सारे को? यस सर। Yes. कमल जी शीट हैगी आ? कमल सर फोन च सही, फोन मेरा खराब आ। मैं सुन फेरने हुण मैनूं सुपना आऊगा कि भी मैं तेनू ही पुछना सीगा। ये देख ला, तेनू ही पुछया तो तू ही उहदे विच डिफॉल्टर निकल आया। नलैको जे नहीं हैगी मैनूं आवाज दे दिओ, ठीक है, मैं उही स्पीड नाल फिर क्वेश्चन पढ़ दूंगा दोबारा। होर कोई हैगा जे कोई शीट नहीं हैगी? चलो फर्स्ट न्यूमेरिकल सीगा तुहाडा, a ray of light passes from air to glass of refractive index at an angle of 30 degree। ठीक है, लाइट तुहाडे कोल जेहड़ी रेयर टू डेंसर अच्छा सुनो गल एक होर, एक चीज होर दिमाग च हैगी, उस तो बाद ही न्यूमेरिकल शुरू करदा। ट्रिग्नोमेट्रिक टेबल देखना भी सीखना, वो साइन Yes, sir. टेबल भी सीखने वाले फिर Yes, sir. न्यूमेरिकल रोकन लग्या पहलों मैं, ठीक है जी। एक बारी मैं क्योंकि विच आपां नूं लोड़ बार बार आनी उस चीज दी, ठीक है। आपने तुहाडे कोल इस वेले तुहाडी किताब दा वॉल्यूम 2 हैगा? यस Yes, सर। sir. Yes, sir. अपने कोल रखो सारे ने, खाली ना बैठियो, जे इधर उधर पिया वा किसी दा ते चुक लो पहलों। करना शुरू? करिए शुरू? Yes, sir. सारे किताबों के अंदर चले गए? चलो जल्दी जल्दी टेबल वाला पार्ट सिखाने लगे हैं, एक बार सीख लो फिर ही अपन न्यूमेरिकल शुरू करिए बेटा। पुत्ते साइन दा टेबल, कॉस दा टेबल या टैन दा टेबल, ठीक है, तिन्ने दे तिन्ने टेबल तुहाडी बुक दे विच जे प्रदीप पकड़ी होवे ते शायद उह च साइन कॉस दा मिलना, टैन दा है नहींगा, पर मैं अगे भी गल दसी होई है, साइन ते टैन दा टेबल देखण दा मैथड इक्को ही आ, ठीक है। कॉस दे विच एक डिफरेंस आ, बाकी सारी टर्म तो तिन्नां दे विच सेम आ। टेबल जे ध्यान नाल देखो ते टेबल दे अंदर तुहाडे कोल एस एच आपां इदां किया सीगा, दो वे ना एंगल दिते आ, ठीक है जी। एक साइड मेरे को थीटा दिता हुआ है 1 डिग्री 2 डिग्री 3 डिग्री, इसे बिना मेरे को जेड़ा 49 डिग्री, इससे बिना लास्ट मेरे को जाके 90 डिग्री तक, ठीक है जी। और इस साइड लेके चला तो मेरे को एंगल जेड़ा 0.1 डिग्री, ठीक है, 0.2 डिग्री,
0.3 डिग्री और लास्ट मेरे को इत्थे आ जाएगा 0.9 डिग्री। जिथे 0.1 डिग्री लिखिया वा, ठीक है जी, इहदी जगह ते असीं उत्थे लिख सकते हैं। और इस तो भी पहलों चलना ते अपना एक कॉलम होर ऐड कर लो। इत्थे मेरे को जिहड़ा 0 दा पार्ट रहेगा, 0.1 वाला जिहड़ा आ गया, ठीक है, इत्थे मेरे को आ जाएगा जी 6 मिनट, 12 मिनट, 18 मिनट, ठीक है। इसे बिना इत्थे आ जाएगा 54 मिनट, ठीक है। 0 मिनट, 6 मिनट, 12 मिनट, 18 मिनट, 6 ਦੇ ਮਲਟੀਪਲ ਦੇ ਵਿੱਚ ਤੁਹਾਡੇ ਕੋਲ ਐਂਗਲ ਮਿੰਟਾਂ 'ਚ ਦਿੱਤਾ ਹੋਇਆ। ਆਪਣੇ ਕੋਲ ਕੰਡੀਸ਼ਨ ਇਹ ਹੁੰਦੀ ਆ 1 ਡਿਗਰੀ ਇਕੁਅਲ ਟੂ 60 ਮਿੰਟ, ਠੀਕ ਹੈ। 1 ਡਿਗਰੀ ਐਂਗਲ ਜਿਹੜਾ ਵਾ ਇਹਨੂੰ ਅਸੀਂ ਮਿੰਟ 'ਚ ਕਨਵਰਟ ਕਰੀਏ ਤਾਂ ਅਸੀਂ ਕਹਿੰਦੇ ਜੀ 60 ਮਿੰਟ ਦੇ ਇਕੁਇਵਲੈਂਟ ਆ। ਇਸ ਲਈ ਆਪਣਾ 0.1 ਡਿਗਰੀ ਜਿਹੜਾ ਇਹਦਾ 10ਵਾਂ ਹਿੱਸਾ ਜਿਹੜਾ ਉਹ 6 ਮਿੰਟ ਦੇ ਬਰਾਬਰ ਆ। ਇੰਨੀ ਗੱਲ ਕਲੀਅਰ ਆ ਜੀ? यस सर। ठीक है। हुण इहदे कोरस्पोंडिंग जिथे आ टेबल कंप्लीट होएगा, इस टेबल दे अंदर इस तो बाद तुहाडे कोल एस सच इत्थे कुछ कॉलम दिते हुए आ 1 2 3 4 ते 5 5 कॉलम दिते हुए आ, ठीक है। ये 5 कॉलम 5 मिनट्स ने। जिवें इत्थे देखा 12 मिनट तो बाद 18 मिनट आए आ, ठीक है। विचले 5 मिनट जिहड़े ने 13 14 15 16 ते 17 वो है नहीं गए, ठीक है। ਜਦੋਂ ਵਿਚਲੇ ਕਿਸੇ ਮਿੰਟ ਦੀ ਵੈਲਿਊ ਲੈਣੀ ਹੈ ਤਾਂ ਅਸੀਂ ਕਿਹਾ ਸੀ 12 ਮਿੰਟ ਦੀ ਵੈਲਿਊ ਲੈ ਲਓ, ਉਹਦੇ ਚ 1 ਪਲੱਸ ਕਰ ਦਵਾਂ, ਮਤਲਬ ਇੱਥੇ 12 ਮਿੰਟ ਦੇ ਨੀਚੇ ਕੋਈ ਵੈਲਿਊ ਲਿਖੀ ਹੋਵੇ, ਠੀਕ ਹੈ, ਜਿੰਨੀ ਉਹ ਵੈਲਿਊ ਲਿਖੀ ਹੋਏਗੀ ਉਹ ਆਪਾਂ ਕੰਸੀਡਰ ਕਰ ਲਾਂਗੇ, ਠੀਕ ਹੈ। ਉਹ 12 ਮਿੰਟ ਮੀਨ ਇਧਰੋਂ ਕਹਦਾ ਮੰਨ ਲਓ 2 ਡਿਗਰੀ 12 ਮਿੰਟ ਦੀ ਵੈਲਿਊ ਆ, ਮੈਨੂੰ ਚਾਹੀਦੀ 14 ਮਿੰਟ ਦੀ ਵੈਲਿਊ, ਮੈਨੂੰ ਚਾਹੀਦੀ 2 ਡਿਗਰੀ 14 ਮਿੰਟ ਦੀ ਵੈਲਿਊ, ਤੇ ਇੱਥੋਂ ਜਿਹੜੀ ਵੈਲਿਊ ਬਣਦੀ ਪਈ ਉਹ 2 ਡਿਗਰੀ 12 ਮਿੰਟ ਦੀ ਵੈਲਿਊ ਬਣਦੀ ਪਈ ਆ ਜੋ ਇੱਥੇ ਲਿਖੀ ਹੋਏਗੀ। ਅਸੀਂ ਅਗਲੇ 2 ਮਿੰਟ ਦੀ ਵੈਲਿਊ ਆ 2 ਦੇ ਥੱਲੇ ਚੁੱਕਾਂਗੇ। 2 ਦੇ ਨੀਚੇ ਕੋਈ ਨੰਬਰ ਹੋਏਗਾ, ਉਸ ਨੰਬਰ ਨੂੰ ਇਸ ਨੰਬਰ ਦੇ ਵਿੱਚ ਪਲੱਸ ਕਰ ਦਾਂਗੇ ਤੇ ਮੇਰੀ ਵੈਲਿਊ 12 ਮਿੰਟ ਪਲੱਸ 2 ਮਿੰਟ ਕਰਕੇ 14 ਮਿੰਟ ਦੀ ਪੂਰੀ ਹੋ ਜੂ। क्या ਇੰਨੀ ਗੱਲ ਸਮਝ ਲੱਗੀ? यस सर। Yes, sir. बेटा आज लास्ट टाइम होएगा, टेबल आप रिपीट करें, ठीक है जी, इसलिए दिमाग एक बार रख लियो, डाउट है तो उससे लिए रोक भी लियो। सो एज सच ਜਿਹੜੇ ਵਿਚਲੇ 5 ਮਿੰਟ ਦੇ ਗੈਪ ਨੇ, ਠੀਕ ਹੈ, ਉਹ ਤੁਹਾਡੇ ਇਹਨਾਂ 5 ਵੈਲਿਊਜ਼ ਨਾਲ ਪੂਰੇ ਕਰਾਣੇ ਸੀ। ਹੁਣ ਜਦੋਂ ਤੁਸੀਂ ਕੋਈ ਟੇਬਲ ਦੇਖਦੇ ਪਏ, ਕੋਈ ਵੈਲਿਊ ਆਪਾਂ ਦੇਖਦੇ ਪਏ, ਮੰਨ ਲਓ sin ਥੀਟਾ ਦੀ ਵੈਲਿਊ ਕਿਸੇ ਨੂਮੈਰੀਕਲ ਚ ਆਪਣੇ ਕੋਲ ਆ ਗਈ 0.6450, ਕੁਝ ਵੀ ਲਿਖ ਦਿਓ, ਜਸਟ ਇੱਕ ਐਗਜ਼ਾਮਪਲ ਲਿਖ ਰਿਹਾ। ਹੁਣ ਤੁਸੀਂ ਆਹ ਵੈਲਿਊ ਦੇਖਣੀ ਕਿੰਨੇ ਡਿਗਰੀ ਕਿੰਨੇ ਮਿੰਟ ਦੀ ਆ। ਜੇ ਇਹਦੀ ਥਾਂ ਤੇ ਮੰਨ ਲਓ ਐਗਜ਼ੈਕਟ ਵੈਲਿਊ ਮੇਰੀ 0.500 ਹੁੰਦੀ ਹੈ ਨਾ, ਤੇ ਇਹ ਐਸ ਐਚ sin 30 ਡਿਗਰੀ 0 ਮਿੰਟ ਦੀ ਵੈਲਿਊ ਆ, ਕਿਉਂਕਿ sin 30 ਡਿਗਰੀ ਆਪਣਾ ਜਿਹੜਾ ਵਾ ਉਹ 1/2 ਹੁੰਦਾ, Yes, Yes. sir. Yes, ਹੈ ਨਾ। sir. ਤੇ ਇਹ 1/2 ਯਾਨੀ 0.5 ਐਗਜ਼ੈਕਟ ਵੈਲਿਊ ਸੀਗੀ, ਫਿਰ ਤੇ sin 30 ਡਿਗਰੀ ਆ ਤੇ 0 ਮਿੰਟ ਆ। ਪਰ ਜੇ ਇੱਥੇ ਮੰਨ ਲਓ ਵੈਲਿਊ ਮੇਰੀ 0.5640 ਬਣ ਗਈ, ਹੁਣ ਇਹਦੀ ਵੈਲਿਊ ਦੇਖਣੀ ਹੋਵੇ ਤੇ ਇਹਦਾ ਮਤਲਬ ਇਹ 30 ਤੋਂ ਅੱਗੇ ਜਾ ਕੇ ਕੋਈ ਹੋਰ ਐਂਗਲ ਆ। ਅਸੀਂ ਹੁਣ ਟੇਬਲ ਦੇ ਵਿੱਚੋਂ ਜਦੋਂ ਐਂਗਲ ਦੇਖਣਾ ਉੱਥੇ ਲੱਭੋ ਇਹ ਵੈਲਿਊ ਕਿੱਥੇ ਪਈ ਆ। ਟੇਬਲ ਹੈ ਸਾਰਿਆਂ ਕੋਲ ਇਸ ਵੇਲੇ? Yes, sir. ਜਲਦੀ ਜਲਦੀ ਦੇਖੋਗੇ ਟੇਬਲ ਦੇ ਵਿੱਚ 0.5640 ਕਿੱਥੇ ਲਿਖਿਆ ਹੋਇਆ ਸਾਈਨ ਦੇ ਟੇਬਲ 'ਚ? ਜਲਦੀ ਜਲਦੀ ਕਰੋਗੇ ਜੀ। Sir, 5635. ਦੋ ਵੈਲਿਊਜ਼ ਮਿਲਦੀਆਂ ਪਈਆਂ ਟੇਬਲ ਦੇ ਅੰਦਰ, ਠੀਕ ਹੈ ਜੀ। ਆਪਣੇ ਟੇਬਲ 'ਚ ਦੇਖਿਓ ਐਸ ਐਚ ਆਪਣੇ ਕੋਲ ਜਦੋਂ ਅਸੀਂ ਜਾਣਦੇ ਆ ਜੀ ਆ ਗਿਆ ਆਪਣੇ ਕੋਲ 34th ਡਿਗਰੀ 34th ਡਿਗਰੀ ਵਾਲੇ ਐਸ ਐਚ ਰੋ ਦੇ ਅੰਦਰ ਜਿਹੜਾ ਹੈਗਾ 18 ਮਿੰਟ ਆ, ਉੱਥੇ ਵੈਲਿਊ ਲਿਖੀ ਆ 5635, ਉਸ ਤੋਂ ਅਗਲੀ ਵੈਲਿਊ ਲਿਖੀ ਆ 5650। क्या वैल्यू मिली? जिन्हां को बुक हैगी ते टेबल देख पा रहे जेडे? यस सर। Yes, sir. उत्ते दो वैल्यूज मिलियां अपने कोल, एक वैल्यू आपां नूं मिलदी आ, ठीक है, दिखदा तां नहीं चलो होऊगा, जस्ट हिंट दे रहा, ठीक है। इत्थे तुहाडे कोल 34th रो आ गई। 34th रो दे विच दो वैल्यूज आ, एक 5635 आ, एक 56 मेरे कोल जेहड़ी 50 आ। ਹੁਣ ਇਹ ਦੋ ਵੈਲਿਊ ਜਿਹੜੀਆਂ ਆਈਆਂ, ਇੱਕ ਆਈ ਮੇਰੇ ਕੋਲ 18 ਮਿੰਟ ਦੇ ਨੀਚੇ, ਇੱਕ ਆਈ ਮੇਰੇ ਕੋਲ 24 ਮਿੰਟ ਦੇ ਨੀਚੇ। ਤੇ ਬੇਟਾ ਆਪਾਂ ਕੀ ਕਰਾਂਗੇ, ਐਸ ਐਚ ਜਿਹੜੀ ਜੇ ਨੂੰ ਮੈਂ ਇਦਾਂ ਲਿਖਣਾ
ਇੱਕ ਮੇਰੇ ਕੋਲ 18 ਮਿੰਟ ਦੇ ਨੀਚੇ ਇਧਰੋਂ ਚੱਲੋ ਕਿ ਵੀ ਆ ਮੇਰੇ ਕੋਲ 34 ਡਿਗਰੀ ਦੀ ਰੋ ਆ ਗਈ, ਇਹਦੇ ਵਿੱਚ 18 ਮਿੰਟ ਦੇ ਨੀਚੇ ਇੱਥੇ ਵੈਲਿਊ ਮੇਰੀ ਲਿਖੀ ਹੋਈ ਆ 0.56 ਕਿੰਨੀ ਗਈ ਸੀ ਆਪਾਂ 35 ਔਰ ਇੱਕ 24 ਮਿੰਟ ਦੇ ਨੀਚੇ ਵੈਲਿਊ ਦੇਖੋ ਇੱਥੋਂ ਮੇਰੇ ਕੋਲ ਲਿਖੀ ਹੋਈ ਆ, ਉਹ ਵੈਲਿਊ ਆਪਣੇ ਕੋਲ ਹੈਗੀ 0.5650। ਇਹੀ ਵੈਲਿਊਜ਼ ਦੋ ਸੀਗੀਆਂ ਨਾ। Yes, sir. Yes, sir. ਜਿਹੜੀ ਵੈਲਿਊ ਆਪਾਂ ਲੱਭਦੇ ਪਏ ਆ ਉਹ ਹੈਗੀ 0.5640, ਯਾਨੀ ਸਾਡਾ sin ਥੀਟਾ ਇਹਦੇ ਇਕੁਇਵਲੈਂਟ ਆ, ਤੇ ਅਸੀਂ ਇਹ ਦੇਖਣਾ ਕਿੰਨੇ ਡਿਗਰੀ ਕਿੰਨੇ ਮਿੰਟ ਆ। ਜੇ ਮੈਂ 34 ਡਿਗਰੀ 18 ਮਿੰਟ ਲਵਾਂ ਤੇ ਵੈਲਿਊ ਉਸ ਤੋਂ ਛੋਟੀ ਆ, ਜੇ ਮੈਂ 34 ਡਿਗਰੀ 24 ਮਿੰਟ ਲਵਾਂ ਤੇ ਵੈਲਿਊ ਵੱਡੀ ਆ। ਇਹ ਮਤਲਬ ਸਾਡਾ ਐਂਗਲ ਇਹਦੇ ਇਨ ਬਿਟਵੀਨ ਆ ਕਿਤੇ। ਜਦੋਂ ਵੀ ਟੇਬਲ ਸਾਈਨ ਦਾ ਤੇ ਟੈਨ ਦਾ ਹੋਏਗਾ, ਤੁਸੀਂ ਆਪਣੀ ਜਿਹੜੀ ਵੈਲਿਊ ਦੇਖਣੀ ਉਹ ਛੋਟੇ ਵਾਲੀ ਵੈਲਿਊ ਲੈ ਲੈਣੀ, ਠੀਕ ਹੈ। ਜੇ ਬੁੱਕ ਹੈਗੀ ਉਹ ਚ ਦੇਖੋ ਜਿੱਥੇ cos ਦਾ ਟੇਬਲ ਆ ਉਹਦੇ ਉੱਪਰ ਉਹਨੇ ਇੱਕ ਲਾਈਨ ਲਿਖੀ ਹੋਈ ਆ ਮੀਨ ਡਿਫਰੈਂਸ ਟੂ ਬੀ ਸਬਟ੍ਰੈਕਟਡ, ਯਾਨੀ ਆ ਪੰਜ ਵੈਲਿਊਜ਼ ਦੇ ਵਿੱਚੋਂ ਕੋਈ ਵੀ ਵੈਲਿਊ ਜਦੋਂ ਪਿਕ ਕਰਾਂਗੇ ਨਾ ਉਹ ਮੇਨ ਟੇਬਲ ਦੀ ਵੈਲਿਊਜ਼ ਦੇ ਵਿੱਚੋਂ ਮਾਈਨਸ ਕਰਾਣੀ ਆ। ਸਾਈਨ ਤੇ ਟੈਨ ਦੇ ਟੇਬਲ ਤੇ ਇਦਾਂ ਦਾ ਕੁਝ ਨਹੀਂ ਲਿਖਿਆ, ਜੇ ਲਿਖਿਆ ਤਾਂ ਉੱਥੇ ਇਹ ਲਿਖਿਆ ਹੋਊਗਾ ਕਿ ਵੀ ਮੀਨ ਡਿਫਰੈਂਸ ਟੂ ਬੀ ਐਡਿਡ, ਸਬਟ੍ਰੈਕਟ ਨਹੀਂ ਹੋਣੇ। ਗੱਲ ਸਮਝ ਲੱਗਦੀ ਪਈ? Yes, sir. Yes, sir. ਲਈ ਜਿਹੜਾ ਆਪਾਂ ਟੇਬਲ ਦੇਖਦੇ ਪਏ ਉਹ ਸਾਈਨ ਦਾ ਜਾਂ ਟੈਨ ਦਾ ਜਦੋਂ ਹੋਏਗਾ ਤੁਸੀਂ ਜਿਹੜੀ ਵੈਲਿਊ ਦੇਖਣੀ ਆ ਉਸ ਤੋਂ ਛੋਟੀ ਵੈਲਿਊ ਲੈ ਲਓ। ਆਪਾਂ ਆ ਵੈਲਿਊ ਲੈ ਲਾਂਗੇ, ਇਹਦਾ ਮਤਲਬ ਇੱਥੇ ਤੱਕ ਦਾ ਐਂਗਲ sin 34 ਡਿਗਰੀ 18 ਮਿੰਟ ਬਣ ਗਿਆ। ਕਿਆ ਆ ਚੀਜ਼ ਸਾਰਿਆਂ ਨੂੰ ਕਲੀਅਰ ਆ? Yes, sir. ਹੁਣ ਉਸ ਤੋਂ ਬਾਅਦ ਆਪਾਂ ਜਿਹੜੀ ਵੈਲਿਊ ਦੇਖਣੀ ਉਹਦਾ ਤੇ ਇਹਦਾ 5 ਦਾ ਡਿਫਰੈਂਸ ਆ। ਇਸੇ ਹੀ ਰੋ ਦੇ ਅੰਦਰ ਇੱਥੇ 5 ਵੈਲਿਊਜ਼ ਲਿਖੀਆਂ ਹੋਈਆਂ। ਦੇਖੋ ਜਿਹੜਾ ਆਪਣਾ ਡਿਫਰੈਂਸ ਹੈਗਾ 5 ਦਾ, ਸਭ ਤੋਂ ਨੀਅਰੈਸਟ ਉਹਦੇ ਕਿਹੜੀ ਵੈਲਿਊ ਆ? ਪੂਰਾ 5 ਮਿਲਦਾ ਜਾਂ 7 ਮਿਲਦਾ ਜਾਂ 8 ਮਿਲਦਾ ਜਾਂ 4 ਮਿਲਦਾ ਜਾਂ 3 ਮਿਲਦਾ? ਆ ਪੰਜ ਵੈਲਿਊਜ਼ ਦੇ ਵਿੱਚੋਂ ਦੇਖੋ 5 ਦੇ ਨੀਅਰ ਬਾਈ ਵੈਲਿਊ ਕਿਹੜੀ ਆ? ਓਏ ਦੇਖ ਲਓ ਨਿਆਣਿਓ ਜਲਦੀ। Sir, 2. 7. 5 ਜੇ ਇੱਥੇ ਜੇ ਵੈਲਿਊਜ਼ ਮੈਂ ਬੋਲਾਂ ਇਸੇ ਰੋ ਦੇ ਵਿੱਚ ਇੱਕ ਵੈਲਿਊ 2 ਲਿਖੀ ਆ, ਇੱਕ ਵੈਲਿਊ 5 ਲਿਖੀ ਆ, ਇੱਕ 7 ਲਿਖੀ ਆ, ਠੀਕ ਹੈ, ਇੱਕ ਆਪਣੀ 10 ਤੇ ਇੱਕ 12 ਆਈ ਲਿਖੀਆਂ 5। ਹਾਂਜੀ Yes, sir. ਆਪਣਾ ਡਿਫਰੈਂਸ ਕਿੰਨੇ ਦਾ ਵਾ? 5. 5. ਤੇ ਇੱਥੇ ਆ 2 ਮਿੰਟ ਦੇ ਨੀਚੇ 5 ਪੂਰਾ ਪੂਰਾ ਹੈਗਾ। ਜੇ ਮੈਂ ਆ Yes, sir. 5 ਜਿਹੜਾ ਆਇਆ ਵਾ ਇਹ 5 ਇਹਦੇ ਵਿੱਚ ਪਲੱਸ ਕਰ ਦਵਾਂ ਤੇ ਮੇਰਾ 0.5640 ਪੂਰਾ ਹੋ ਜੂ। Yes, sir. Yes, sir. ਇਹ 5 ਜਿਹੜੀ ਵੈਲਿਊ ਆਈ ਉਹ ਇਹ ਚ ਪਲੱਸ ਹੋ ਗਈ। ਕਿੰਨੇ ਮਿੰਟ ਦੇ ਨੀਚੇ ਇਹ ਵੈਲਿਊ ਪਈ ਆ? 2. 2. 2 ਮਿੰਟ ਦੇ ਨੀਚੇ ਨਾ, ਤੇ ਜੇ 2 ਮਿੰਟ ਦੇ ਨੀਚੇ ਤੇ ਆ ਮਿੰਟਾਂ ਵਾਲੇ ਪਾਸੇ 2 ਮਿੰਟ ਪਲੱਸ ਕਰ ਦੋ, ਯਾਨੀ 0 ਡਿਗਰੀ, ਠੀਕ ਹੈ, ਤੇ 02 ਮਿੰਟ ਆ ਪਲੱਸ ਕਰ ਲਓ। ਇਹਦਾ ਮਤਲਬ ਤੁਹਾਡੇ ਕੋਲ ਐਂਗਲ ਜਿਹੜਾ ਹੋਏਗਾ ਉਹ 34 ਡਿਗਰੀ 20 ਮਿੰਟ ਦਾ ਬਣ ਜਾਊ। ਕਲੀਅਰ? Yes, sir. ਇਹਦਾ ਮਤਲਬ ਜਿਹੜੀ sin ਥੀਟਾ ਦੀ ਵੈਲਿਊ 0.5640 ਸੀਗੀ, ਇਹਦਾ ਮਤਲਬ ਉਹ ਐਂਗਲ ਮੈਂ ਦੇਖਣਾ ਹੋਵੇ ਤੇ ਐਂਗਲ ਮੇਰਾ 34 ਡਿਗਰੀ 20 ਮਿੰਟ ਆ ਜਾਊ। ਆ ਮੇਰੇ ਕੋਲ ਐਂਗਲ ਦੀ ਵੈਲਿਊ ਬਣ ਜਾਊ। ਕਲੀਅਰ ਹੈ ਜੀ? Yes, sir. ਜੇ sin ਦਾ ਟੇਬਲ ਆ ਜਾਂ tan ਦਾ, ਦੋਨਾਂ 'ਚ ਇਹੀ ਚੀਜ਼ ਆਣੀ, ਡਿਟੋ ਇਹੀ ਹੋਏਗਾ ਮੈਥਡ। ਜਦੋਂ cos ਦਾ ਟੇਬਲ ਹੋਏਗਾ, ਯਾਨੀ ਜੇ ਇਹੀ ਟੇਬਲ cos ਦਾ ਚੱਲਦਾ ਪਿਆ, ਹੁਣ ਇੱਥੇ ਸਮਝ ਲਿਓ ਗੱਲ, ਠੀਕ ਹੈ, ਆ 34 ਆਇਆ, 90 ਚੋਂ 34 ਮਾਈਨਸ ਕਰਾ ਕੇ ਜਸਟ ਸਿੱਧਾ ਦੱਸਦਾ ਪਿਆ, ਇੱਥੇ ਮੇਰੇ ਕੋਲ ਆ ਗਿਆ 56। ਤੁਸੀਂ cos ਦੇ ਟੇਬਲ ਦੇ ਵਿੱਚ 56 ਡਿਗਰੀ ਵਾਲੀ ਰੋ 'ਚ ਜਾਵੋ, ਠੀਕ ਹੈ, ਆ ਵੈਲਿਊਜ਼ ਇੱਥੇ ਪੁੱਠੀਆਂ ਕਰਨ ਲੱਗੀਆਂ, 5650 5635, ਕਿਉਂਕਿ cos ਦਾ ਟੇਬਲ ਡਿਕਰੀਜ਼ਿੰਗ ਫੰਕਸ਼ਨ ਹੁੰਦਾ, ਇਸ ਲਈ cos 'ਚ ਪਹਿਲੋਂ ਵੱਡੀ ਵੈਲਿਊ ਆਣੀ ਹੈ ਤੇ ਬਾਅਦ 'ਚੋਂ ਛੋਟੀ ਆਣੀ ਆ। ਜੇ ਇਹ cos ਦਾ ਟੇਬਲ ਚੱਲਦਾ ਹੋਇਆ, ਠੀਕ ਹੈ, ਜਸਟ ਆਪਾਂ ਇੱਥੋਂ ਲੈ ਕੇ ਚਲੀਏ, cos ਦੇ ਟੇਬਲ 'ਚ ਮੈਂ ਸੇਮ ਵੈਲਿਊ ਆਹੀ ਲੱਭਣੀ 5640, ਤੇ ਅਸੀਂ ਉਸ ਮੂਮੈਂਟ ਤੇ ਇੱਥੇ ਦੇਖਿਆ 56 ਡਿਗਰੀ ਵਾਲੀ ਲਾਈਨ ਦੇ ਅੰਦਰ, ਠੀਕ ਹੈ, 18 ਮਿੰਟ ਦੇ ਨੀਚੇ, ਇੱਥੇ 18 ਤੇ 24 ਨਹੀਂ ਹੋਣਾ, ਆ ਮਿੰਟ ਚੇਂਜ ਹੋ ਜਾਣੇ ਆ, ਠੀਕ ਹੈ, ਇਥੋਂ ਮਿੰਟ ਆਪਣੇ ਜਿਹੜੇ ਚੇਂਜ ਹੋ ਜਾਣੇ। ਬੇਟੇ ਇੰਨੀ ਗੱਲ ਸਮਝ ਲੱਗਦੀ ਪਈ? Yes, sir. Yes. Yes, sir. ਠੀਕ ਹੈ, ਇੱਥੇ ਆਪਣੇ ਕੋਲ ਮਿੰਟ ਚੇਂਜ ਹੋ ਜਾਣੇ। ਇਹਦੇ ਨਾਲ 56 ਜਾਂ 55 ਵਾਲੀ ਰੋ ਹੋਏਗੀ, 55 ਵਾਲੀ ਰੋ ਦੇ ਵਿੱਚ ਚੱਲ ਜਾਵਾਂ, ਠੀਕ ਹੈ, ਤੇ 55 ਵਾਲੀ ਰੋ ਦੇ ਅੰਦਰ ਆ ਦੋ ਵੈਲਿਊਜ਼ ਮਿਲ ਗਈਆਂ। ਤੁਸੀਂ cos ਦੇ ਟੇਬਲ ਵਾਲੇ ਕੇਸ ਦੇ ਅੰਦਰ ਵੈਲਿਊ ਵੱਡੀ ਲੈ ਲੈਣੀ ਹੈ,
ਆ ਵੱਡੀ ਵੈਲਿਊ ਲੈ ਲਈ ਔਰ ਇਹ ਆ ਗਈ ਮੰਨ ਲਓ 55 ਡਿਗਰੀ 18 ਮਿੰਟ ਦੇ ਨੀਚੇ ਆ ਗਈ। ਇਹਦਾ ਮਤਲਬ cos ਦੇ ਟੇਬਲ ਦੇ ਅੰਦਰ ਸਾਡੇ ਕੋਲ ਵੈਲਿਊ ਠੀਕ ਹੈ ਜੀ 55 ਡਿਗਰੀ 18 ਮਿੰਟ ਮੰਨ ਲਓ ਬਣ ਗਈ ਔਰ ਇਹਦੀ ਵੈਲਿਊ ਆਈ ਆ 0.5650। ਇਹਨਾਂ ਕਲੀਅਰ ਆ? Yes, sir. Yes, Yes, sir. sir. ਅਸੀਂ ਐਸਐਚ ਵੈਲਿਊ ਲੈਣੀ ਉਹ 5640 ਸੀਗਾ 40 ਤੇ ਇਹਦਾ ਡਿਫਰੈਂਸ 10 ਦਾ ਆ ਗਿਆ। Yes. ਇਹਦਾ Yes, sir. ਨੰਬਰ ਦੇ ਵਿੱਚੋਂ ਇਸ ਨੰਬਰ ਚੋਂ ਅਸੀਂ 10 ਮਾਈਨਸ ਕਰਾਣਾ ਤੇ ਐਗਜ਼ੈਕਟ ਇੱਥੇ 10 4 ਮਿੰਟ ਦੇ ਨੀਚੇ ਹੈਗਾ ਯਾਨੀ ਇਹਦੇ ਵਿੱਚੋਂ 0.0010 ਆ ਇਚੋਂ ਮਾਈਨਸ ਕਰਾਦਾ 0.5640 ਆ ਮੇਰੇ ਕੋਲ ਮੇਰੀ ਐਗਜ਼ੈਕਟ ਵੈਲਿਊ ਬਣ ਗਈ ਜਿਹੜੀ ਬਣਾਣੀ ਆਪਾਂ। Yes, sir. Yes, sir. ਇੱਕ ਗੱਲ ਹੋਰ ਜੋੜ ਦਵਾਂ ਮੰਨ ਲਓ ਇੱਥੇ 10 ਨਾ ਲਿਖ ਕੇ 9 ਲਿਖਿਆ ਹੁੰਦਾ ਤੁਸੀਂ ਜਿਹੜੀ ਜ਼ਿਆਦਾ ਨੀਅਰੈਸਟ ਹੋਏਗੀ ਇੱਕ 9 ਲਿਖਿਆ ਇੱਕ 12 ਲਿਖਿਆ ਮੈਨੂੰ ਡਿਫਰੈਂਸ 10 ਦਾ ਚਾਹੀਦਾ ਤੇ 10 ਦੇ ਜ਼ਿਆਦਾ ਕਲੋਜ਼ਰ 9 ਆ ਤੁਸੀਂ 9 ਵਾਲੀ ਵੈਲਿਊ ਲੈ ਸਕਦੇ ਹੋ। ਠੀਕ ਹੈ ਅਸੀਂ ਉਸ ਮੂਮੈਂਟ ਤੇ ਇਹਦੇ ਨੀਅਰ ਬਾਈ ਵੈਲਿਊ ਡਿਫਾਈਨ ਕਰ ਦਾਂਗੇ। ਐਸ ਸੱਚ ਇਸ ਮੂਮੈਂਟ ਤੇ ਪੂਰੀ ਆ ਗਈ ਤੇ ਆ 10 ਮਿੰਟ 10 ਵੈਲਿਊ 4 ਮਿੰਟ ਦੇ ਨੀਚੇ ਆਈ ਆ। Yes, sir. Yes, sir. Yes, sir. ਇਹ ਜਿਹੜੇ 4 ਮਿੰਟ ਆ ਇਹ ਇਸ 18 ਮਿੰਟ ਚੋਂ ਮਾਈਨਸ ਨਹੀਂ ਕਰਨੇ ਮੀਨ ਡਿਫਰੈਂਸ ਵਾਲੀ ਵੈਲਿਊ ਮਾਈਨਸ ਹੋਣੀ ਸੀ ਪਰ ਜਿੰਨੇ ਮਿੰਟ ਦੇ ਨੀਚੇ ਆ ਇਹ ਹੁਣ ਵੀ ਪਲੱਸ ਹੀ ਹੋਣੇ। ਇਹਦੇ ਨਾਲ ਸਾਈਨ cos tan ਟੇਬਲ ਜਿਹਦਾ ਮਰਜ਼ੀ ਆ ਜੇ ਮਿੰਟ ਚ ਮਿੰਟ ਪਲੱਸ ਹੀ ਹੁੰਦੇ ਰਹਿਣੇ ਆ ਪਰ ਉਹਦੀ ਵੈਲਿਊ ਦੇ ਵਿੱਚੋਂ ਵੈਲਿਊ ਜਿਹੜੀ ਆ ਵਾਲੀ ਆ ਇਹ ਮਾਈਨਸ ਹੋਏਗੀ ਜੇ ਸਾਈਨ ਤੇ tan ਦਾ ਟੇਬਲ ਆ ਇਹ ਪਲੱਸ ਹੋ ਜਾ ਇਹ ਪਲੱਸ ਹੋ ਜਾਏਗੀ ਜੇ ਸਾਈਨ ਤੇ tan ਦਾ ਟੇਬਲ ਆ ਤੇ ਇਹ ਮਾਈਨਸ ਹੋ ਜਾਏਗੀ ਜੇ ਮੇਰਾ cos ਦਾ ਟੇਬਲ ਆ। ਹੁਣ ਇਹ 4 ਮਿੰਟ ਦੇ ਨੀਚੇ ਆ ਇਹਦਾ ਮਤਲਬ ਇਹਦੇ ਵਿੱਚ 4 ਮਿੰਟ ਪਲੱਸ ਕਰ ਦਿਓ ਤੁਹਾਡਾ ਐਂਗਲ cos 55 ਡਿਗਰੀ 22 ਮਿੰਟ ਬਣ ਜਾਏਗਾ। ਆ ਕਲੀਅਰ ਆ? Yes. Yes. Yes, sir. ਸੋ ਇਸ ਵੇ ਨਾ cos ਦਾ sin ਦਾ tan ਦਾ ਜਿਹਦਾ ਵੀ ਟੇਬਲ ਆ ਜੇ ਉਹਦੀ ਆਪਾਂ ਵੈਲਿਊ ਲੋਕੇਟ ਕਰ ਸਕਦੇ। ਕਿਆ ਐਂਗਲ ਸਮਝ ਲੱਗੇ? Yes, sir.